ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ 'ਚ ਸਵਾਗਤ। ਅੱਜ ਦੇ ਮੁੱਦੇ KMP ਤੇ 24 ਘੰਟੇ ਦਾ ਜਾਮ, ਕੋਟਕਪੂਰਾ ਤੇ ਬੇਅਦਬੀ ਮਾਮਲਿਆਂ ਦੇ ਵਿੱਚ ਨਵੀਂ ਜਾਂਚ ਕਮੇਟੀ ਦੇ ਹੁਕਮ, ਧਰਮ ਪਰਿਵਰਤਨ ਦਾ ਮਾਮਲਾ ਤੇ ਬੰਗਾਲ ਚੋਣਾਂ ਦਾ ਜਾਣਾਂਗੇ ਹਾਲ ਅੱਜ ਦੇ ਮਾਹਿਰ ਮਹਿਮਾਨ ਦੇ ਕੋਲੋਂ। ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ। ਅੰਮ੍ਰਿਤਪਾਲ ਸ਼ਰਮਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਪਰਮਿੰਦਰ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ, ਤੁਸੀਂ ਸੁਣਾਓ? ਬਹੁਤ ਠੀਕ ਠਾਕ ਜੀ। ਤੁਸੀਂ ਸਟੂਡੀਓ 'ਚ ਬੈਠੇ ਹੋ, ਜਾਮ ਤੇ ਨਹੀਂ ਸੀ ਜਾਣਾ ਤੁਸੀਂ ਅੱਜ? ਜਾਮ ਲੱਗਿਆ ਹੋਇਆ ਜੀ, ਅਸੀਂ ਉੱਥੇ ਪਹੁੰਚ ਨਹੀਂ ਗਏ ਅੱਜ ਜੀ। ਤੇ ਅੱਜ ਸਭ ਤੋਂ ਪਹਿਲਾ ਮੁੱਦਾ ਵੀ ਇਹੀ ਹੈ ਕਿ KMP ਤੇ 24 ਘੰਟੇ ਦਾ ਜਾਮ ਹੈ ਜੀ। ਇਹ ਜਾਮ ਸਰਕਾਰ ਦੇ ਕੰਨਾਂ ਤੱਕ ਕੋਈ ਆਵਾਜ਼ ਪਹੁੰਚਾ ਪਾਏਗਾ? KMP ਤੁਸੀਂ ਦੱਸਿਆ, ਸਾਡੇ ਜ਼ਿੰਦਗੀ 'ਚ ਬਹੁਤ ਸਾਰੀਆਂ ਐਬਰੀਵੇਸ਼ਨਸ ਛੋਟੀਆਂ-ਛੋਟੀਆਂ ਸ਼ਾਮਿਲ ਹੋ ਜਾਂਦੀਆਂ। ਸੁਪਰੀਮ ਕੋਰਟ ਨੂੰ ਅਸੀਂ SC ਲਿਖਦੇ ਹਾਂ, ਡਾਕਟਰ ਲਿਖਣ ਲਈ DR ਲਿਖ ਦਿੰਦੇ ਹਾਂ, ਤੇ ਜਿਹੜੇ ਕਮਰਸ ਦੇ ਸਟੂਡੈਂਟਸ ਆ ਉਹਨਾਂ ਲਈ ਡਾਕਟਰ ਕਈ ਵਾਰ ਡੈਬਿਟ ਬਣ ਜਾਂਦਾ ਜੀ। ਤੇ ਇਹ KMP ਸਾਡੇ ਲਈ ਇੱਕ ਨਵੀਂ ਐਬਰੀਵੇਸ਼ਨ ਹੈ। ਕੁੰਡਲੀ, ਮਾਨੇਸਰ, ਪਲਵਲ ਜੀ ਇੱਕ ਨੈਸ਼ਨਲ ਹਾਈਵੇ ਆ, ਦਿੱਲੀ ਦੇ ਆਊਟਰ ਰਿੰਗ ਰੋਡ ਤੋਂ ਵੀ ਬਾਹਰ ਇੱਕ ਵੱਡਾ ਹਾਈਵੇ ਆ ਜਿਹੜਾ ਇਹਨਾਂ ਤਿੰਨਾਂ ਸ਼ਹਿਰਾਂ ਨੂੰ ਆਪਸ 'ਚ ਮਿਲਾਉਂਦਾ, ਕੁੰਡਲੀ, ਪਲਵਲ ਤੇ ਮਾਨੇਸਰ ਜੀ। ਇੱਥੇ ਦਿੱਲੀ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਨਵੰਬਰ ਤੋਂ ਹੀ ਕਿਸਾਨ ਆਗੂ ਜਿਹੜੇ ਆ ਉੱਥੇ ਬਹੁਤ ਜ਼ਿਆਦਾ ਕਿਸਾਨਾਂ ਦੇ ਨਾਲ ਇੱਕ ਜਾਮ ਦੀ ਜਿਹੜੀ ਸਥਿਤੀ ਉਹ ਬਣੀ ਹੋਈ ਆ। ਧਰਨਾ ਜਿਹੜਾ ਉਹ ਲੱਗਿਆ ਹੋਇਆ, ਉਹਦੀ ਜਿਹੜੀ ਬੈਕਗਰਾਊਂਡ ਆ ਉਹੀ 3 ਕਾਨੂੰਨ ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਉੱਥੇ ਹਾਜ਼ਰ ਨੇ। ਤੇ ਬਹੁਤ ਦਿਨਾਂ ਤੋਂ ਉੱਥੇ ਰੋਜ਼ ਕੋਈ ਨਾ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਿਸਾਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚੇਗੀ ਕਿ ਨਹੀਂ ਪਹੁੰਚੇਗੀ, ਦੇਖੋ ਸਰਕਾਰ ਦਾ ਜਿਹੜਾ ਤੰਤਰ ਹੈ ਉਹ ਬਹੁਤ ਮਜ਼ਬੂਤ ਆ, ਆਵਾਜ਼ ਉਹਨਾਂ ਕੋਲ ਹਰ ਪਹੁੰਚਦੀ ਆ। ਪਰ ਗੱਲ ਇਹ ਆ ਕਿ ਉਹਨਾਂ ਨੇ ਕਿਸ ਆਵਾਜ਼ ਨੂੰ ਡੀਕੋਡ ਕਰਨਾ ਆ ਤੇ ਕਿਹਨੂੰ ਨਹੀਂ ਕਰਨਾ, ਕਿਹੜੀ ਆਵਾਜ਼ ਉਹਨਾਂ ਨੇ ਸੁਣਨੀ ਆ, ਕਿਹਦੇ ਤੇ ਅਸਰ ਕਰਨਾ ਆ, ਕਿਹਦੇ ਤੇ ਨਹੀਂ ਕਰਨਾ। ਕਈ ਵਾਰ ਤੇ ਅਮਰੀਕਾ ਦੇ ਵਿੱਚ 2 ਬੰਦੇ ਮਰਿਆਂ ਦੀ ਆਵਾਜ਼ ਵੀ ਪ੍ਰਧਾਨ ਮੰਤਰੀ ਤੱਕ ਪਹੁੰਚ ਜਾਂਦੀ ਆ, ਤੇ ਜਦੋਂ ਨਹੀਂ ਪਹੁੰਚਣੀ ਹੁੰਦੀ ਉਦੋਂ 300 ਕਿਸਾਨਾਂ ਦੇ ਮਰੇ ਹੋਏ ਦੀ ਆਵਾਜ਼ ਵੀ ਜਿਹੜੀ ਉੱਥੇ ਨਹੀਂ ਪਹੁੰਚਦੀ। ਤੋਂ ਜਿਹੜਾ ਅੱਜ ਦਾ ਪ੍ਰੋਗਰਾਮ ਉਲੀਕਿਆ ਹੋਇਆ ਆ ਉਹ ਉੱਥੇ ਇਸੇ ਗੱਲ ਨੂੰ ਲੈ ਕੇ ਆ ਕਿ ਜਿਹੜਾ ਇਹ ਮਾਨੇਸਰ, ਕੁੰਡਲੀ ਤੇ ਪਲਵਲ ਵਾਲਾ ਹਾਈਵੇ ਆ, 135 ਕਿਲੋਮੀਟਰ ਲੰਬਾ ਜਿਹੜਾ ਜਾਮ ਸੜਕ ਆ ਜਿਹੜੀ, ਉਹਨੂੰ ਅੱਜ 24 ਘੰਟੇ ਲਈ, ਅੱਜ ਸਵੇਰੇ 8 ਵਜੇ ਤੋਂ ਬੰਦ ਕੀਤਾ ਹੋਇਆ ਤੇ ਕੱਲ੍ਹ ਸਵੇਰੇ 8 ਵਜੇ ਤੱਕ ਬੰਦ ਰੱਖਿਆ ਜਾਏਗਾ, ਬੰਦ ਕੀਤਾ ਜਾਏਗਾ। ਤੇ ਉਹਦੀ ਵਜ੍ਹਾ ਸਿਰਫ ਉਹੀ ਆ ਜਿਹੜੀ ਤੁਸੀਂ ਦੱਸੀ ਆ ਕਿ ਉੱਥੇ ਤੱਕ ਆਪਣੀ ਜਿਹੜੀ ਆਵਾਜ਼ ਆ ਉਹ ਪਹੁੰਚਾਉਣੀ ਆ। ਪਹੁੰਚੇਗੀ ਕਿ ਨਹੀਂ ਪਹੁੰਚੇਗੀ, ਮੈਂ ਉਹਦੇ 'ਚ ਪਹਿਲਾਂ ਦੱਸੀ ਗੱਲ ਕਿ ਆਵਾਜ਼ ਤੇ ਪਹੁੰਚਦੀ ਆ, ਉਹ ਸੁਣੀ ਜਾਣੀ ਆ ਕਿ ਨਹੀਂ ਸੁਣੀ ਜਾਣੀ, ਉਹ ਇੱਕ ਪੇਚੀਦਾ ਮਸਲਾ ਜਿਹੜਾ ਉਹ ਹਾਲੇ ਤੱਕ ਬਣਿਆ ਹੋਇਆ। ਹਾਲੇ ਤੱਕ ਜਿਹੜੀ ਸਰਕਾਰ ਆ ਉਹ ਸਿਰਫ ਔਰ ਸਿਰਫ ਚੋਣਾਂ 'ਚ ਬਿਜ਼ੀ ਆ, ਜਿਹੜੀਆਂ 5 ਸਟੇਟਾਂ ਦੀਆਂ ਚੋਣਾਂ ਹੋ ਰਹੀਆਂ। ਤੇ ਕਿਸਾਨ ਆਗੂ ਹਮੇਸ਼ਾ ਤੋਂ ਹੀ ਇਸ ਗੱਲ ਦੇ ਉੱਤੇ ਜ਼ੋਰ ਲੈ ਕੇ ਲੱਗੇ ਹੋਏ ਨੇ ਕਿ ਉੱਥੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਾਈ ਜਾਵੇ। 22 ਜਨਵਰੀ 26 ਜਨਵਰੀ ਨੂੰ ਜਿਹੜਾ ਸੀਗਾ ਗਣਤੰਤਰਤਾ ਦਿਵਸ, ਉਸ ਤੋਂ ਪਹਿਲਾਂ 22 ਜਨਵਰੀ ਨੂੰ ਆਖਰੀ ਗੱਲਬਾਤ ਹੋਈ ਸੀ। ਤੇ ਉਹ ਗੱਲਬਾਤ ਹੋਈ ਤੋਂ ਬਾਅਦ ਜੇ ਅਸੀਂ ਜਨਵਰੀ ਤੋਂ ਦੇਖੀਏ, ਫਰਵਰੀ, ਮਾਰਚ ਤੇ ਅਪ੍ਰੈਲ ਦੀ 22 ਆਉਣ ਵਾਲੀ ਹੋ ਗਈ ਆ। ਅਪਰੋਕਸੀਮੇਟਲੀ 2.5 ਮਹੀਨੇ ਤੋਂ ਜਿਹੜੀ ਆ ਕੋਈ ਗੱਲਬਾਤ ਆਪਸ ਦੇ ਵਿੱਚ ਨਹੀਂ ਹੋ ਰਹੀ। ਤੇ ਇਸ ਜਾਮ ਨੂੰ ਲੈ ਕੇ ਜਿਹੜੀ ਖਾਸ ਗੱਲ ਉਹ ਇਹ ਬਣੀ ਹੋਈ ਆ ਪਰਮਿੰਦਰ ਜੀ ਕਿ ਲੱਖਾ ਸਿਧਾਣਾ ਇੱਕ ਲੋਕ ਆਗੂ ਕਹਿ ਸਕਦੇ ਹਾਂ ਹੁਣ ਉਹਨੂੰ, ਕਿਸੇ ਟਾਈਮ ਦੇ ਉੱਤੇ ਉਹਨਾਂ ਲੋਕਾਂ ਨੇ ਬਹੁਤ ਮਿਹਨਤ ਕੀਤੀ ਸੀ ਇਸ ਅੰਦੋਲਨ ਨੂੰ ਸਫਲ ਬਣਾਉਣ ਲਈ, ਤੇ ਉਹਦੇ ਵਿੱਚ ਉਹ ਉੱਭਰ ਕੇ ਸਾਹਮਣੇ ਵੀ ਆਏ। ਕਿਸੇ ਟਾਈਮ ਤੇ ਕਿਸੇ ਅਕਾਲੀ ਆਗੂ ਲਈ ਕੰਮ ਕਰਦੇ ਰਹੇ ਸੀ ਉਹ, ਤੇ ਹੁਣ ਉਹਨਾਂ ਨੇ ਗੱਠਜੋੜ ਕਰਕੇ ਜਾਂ ਕਾਫੀ ਦਿਨਾਂ ਦੀ ਮਿਹਨਤ ਤੋਂ ਬਾਅਦ ਫਿਰ ਤੋਂ ਜਿਹੜੀ ਆਪਣੀ ਸ਼ਮੂਲੀਅਤ ਆ ਉਸ ਧਰਨੇ ਦੇ ਵਿੱਚ ਕਰਵਾ ਲਈ ਆ। ਤੇ ਮਜ਼ੇਦਾਰ ਗੱਲ ਇਹ ਵੀ ਆ ਕਿ ਉਹ 1 ਲੱਖ ਦੇ ਇਨਾਮੀ ਮੁਜਰਮ ਵੀ ਨੇ। ਪੰਜਾਬ ਦੇ ਵਿੱਚ ਉਹਨਾਂ ਨੇ 2 ਰੈਲੀਆਂ ਕੀਤੀਆਂ, ਗੁਰਦੁਆਰਾ ਮਸਤੂਆਣਾ ਸਾਹਿਬ ਕੀਤੀ, ਉਸ ਤੋਂ ਪਹਿਲਾਂ ਮਹਿਰਾਜ 'ਚ ਕੀਤੀ ਸੀ, ਤੇ ਹੁਣ ਕੱਲ੍ਹ ਉਹ ਇਸੇ ਸੜਕ ਤੋਂ ਗਏ ਆ, ਨੈਸ਼ਨਲ ਹਾਈਵੇ ਤੋਂ ਹੀ ਪੰਜਾਬ ਤੋਂ ਲੈ ਕੇ ਦਿੱਲੀ ਪਹੁੰਚ ਗਏ ਆ। ਤੇ ਜਾਮ 'ਚ ਵੀ ਅੱਜ ਸਾਰਾ ਦਿਨ ਉੱਥੇ ਰਹਿਣਗੇ ਤੇ ਕੱਲ੍ਹ ਤੋਂ ਉਹਨਾਂ ਦੇ ਧਰਨੇ 'ਚ ਸ਼ਾਮਲ ਹੋ ਕੇ ਤੇ ਸੰਬੋਧਨ ਕਰਨ ਦੀ ਵੀ ਗੱਲ ਆ। ਤੇ ਵੈਸੇ ਪੁਲਿਸ ਦਾ ਕੋਈ ਰੋਲ ਹੈ ਫਿਰ ਉਹਦੇ 'ਚ? ਬਿਲਕੁਲ ਜੀ, ਗੱਲ ਇਹੀ ਆ। ਉਹਨਾਂ ਨੂੰ ਵੀ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡੀ ਗ੍ਰਿਫਤਾਰੀ ਹੋਵੇਗੀ ਤੇ ਤੁਸੀਂ ਡਰਦੇ ਤਾਂ ਨਹੀਂ? ਤੇ ਗੱਲ ਉਹਨਾਂ ਨੇ ਵੀ ਉਹੀ ਕਹੀ ਆ ਜਿਹੜੀ ਅਸੀਂ ਹੁਣ ਅਕਸਰ ਕਰਦੇ ਹਾਂ ਕਿ ਸਰਕਾਰਾਂ ਇਹੋ ਜਿਹੇ ਜਿਹੜੇ ਪਰਚੇ ਨੇ ਉਹ ਦਰਜ ਕਰਦੀਆਂ ਨੇ ਇਹਨਾਂ ਲੀਡਰਸ ਨੂੰ, ਤੇ ਜਿਹੜੇ ਮੋਹਰੀ ਬੰਦੇ ਨੇ, ਮੋਹਤਵਰ ਨੇ, ਉਹਨਾਂ ਨੂੰ ਡਰਾਉਣ ਲਈ। ਤੇ ਜੇ ਅਸੀਂ ਗੱਲ ਕਰੀਏ 26 ਜਨਵਰੀ ਤੋਂ ਬਾਅਦ ਦੀ ਘਟਨਾਕ੍ਰਮ ਤੋਂ, ਤੇ ਪਰਚੇ ਤੇ ਸਾਰੇ ਕਿਸਾਨ ਲੀਡਰਾਂ ਤੇ ਵੀ ਦਰਜ ਨੇ। ਤੇ ਉਹਨਾਂ ਦੀ ਸਟੇਜ ਦੇ ਬਿਲਕੁਲ ਪਿਛਲੇ ਪਾਸੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਵੀ ਮੌਜੂਦ ਆ। ਤੇ ਉਹ ਜਿਹੜੀ ਫਿਰ ਗ੍ਰਿਫਤਾਰੀ ਆ ਉਹ ਸਿਰਫ ਕਾਗਜ਼ਾਂ ਦੇ ਵਿੱਚ ਹੀ ਹੈ। ਜਿਹੜੇ ਉਹ ਪਰਚੇ ਦਰਜ ਨੇ ਉਹ ਪਰਚੇ ਹੀ ਦਰਜ ਨੇ, ਉਹਨਾਂ ਨੂੰ ਤੁਸੀਂ ਫਿਰ ਰਾਜਨੀਤਿਕ ਦਵੈਸ਼ ਦੇ ਵਿੱਚ ਕੀਤੀ ਹੋਈ ਕਾਰਵਾਈ ਕਹਿ ਸਕਦੇ ਹਾਂ। ਉਹਨਾਂ ਦੀ ਗ੍ਰਿਫਤਾਰੀ ਦੀ ਕੋਈ ਅਸਾਰ ਨਹੀਂ ਲੱਗਦੇ। ਪਰ ਇਹ ਕਿਤੇ ਨਾ ਕਿਤੇ ਜਿਹੜੀ ਆ ਉਹ ਮੌਕਰੀ ਵੀ ਆ ਸਿਸਟਮ ਦੀ, ਇਹ ਤੰਜ਼ ਵੀ ਆ, ਇਹ ਮਜ਼ਾਕ ਵੀ ਆ ਕਾਨੂੰਨ ਦਾ।
ਜੇ ਬੇਸ਼ੱਕ ਤੁਸੀਂ ਉਹਦੇ ਕਿਸੇ ਗੱਲ ਦੇ ਵਿਰੋਧ 'ਚ ਹੋ, ਜੇ ਤੁਹਾਡੇ ਤੇ ਪਰਚਾ ਦਰਜ ਹੋਇਆ ਫਿਰ ਤੁਹਾਡੀ ਜਿਹੜੀ ਉਹ ਹੈਗੀ ਆ ਗ੍ਰਿਫਤਾਰੀ ਹੋਣੀ ਚਾਹੀਦੀ ਆ, ਤੇ ਜਾਂ ਫਿਰ ਸਿਸਟਮ ਉਹ ਜਿਹੜੇ ਪਰਚੇ ਉਹ ਦਰਜ ਹੀ ਨਾ ਕਰੇ। ਬਹੁਤ ਦੇਰ ਪਹਿਲਾਂ ਦੀ ਗੱਲ ਆ, ਜਦੋਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਹੁੰਦੀ ਸੀ ਤੇ ਅਕਸਰ ਕਿਹਾ ਜਾਂਦਾ ਸੀਗਾ ਕਿ ਇਹ ਦਾਅਵਿਆਂ ਵਾਲੀ ਸਰਕਾਰ ਆ। ਇਹ ਪਾਕਿਸਤਾਨ ਨੂੰ ਰੋਜ਼ ਲਲਕਾਰਦੇ ਸੀ ਕਿ ਅਗਰ ਅਬ ਐਸਾ ਹੁਆ ਤਾਂ ਹਮ ਐਸਾ ਕਰ ਦੇਂਗੇ, ਅਗਰ ਅਬ ਐਸਾ ਹੁਆ ਤਾਂ ਹਮ ਐਸਾ ਕਰ ਦੇਂਗੇ। ਤੇ ਅਖਬਾਰਾਂ ਉਹਦੇ ਤੇ ਚੁਟਕਲੇ ਬਣਾਉਂਦੀਆਂ ਸੀਗੀਆਂ ਕਿ 50 ਵਾਰੀ ਆਪਾਂ ਦਬਕਾ ਮਾਰਤਾ, 60 ਵਾਰੀ ਦਬਕਾ ਮਾਰਤਾ, 70 ਵਾਰ ਦਬਕਾ ਮਾਰਤਾ। ਤੇ ਉਦੋਂ ਇੱਕ ਅਖਬਾਰ ਦੇ ਸੰਪਾਦਕ ਨੇ ਲਿਖਿਆ ਸੀਗਾ ਕਿ ਤੁਹਾਡੀ ਕਹਿਣੀ ਤੇ ਕਰਨੀ ਇੱਕ ਹੋਣੀ ਚਾਹੀਦੀ ਜੀ। ਜੇ ਉਹਨਾਂ ਨੂੰ ਪਤਾ ਹੋਵੇ ਕਿ ਤੁਹਾਡੇ ਦਬਕੇ 'ਚ ਅਸਰ ਕਿੰਨਾ ਆ, ਤੇ ਫਿਰ ਉਹ ਅਗਲੇ ਦਿਨ ਉਹ ਘਟਨਾ ਨਹੀਂ ਕਰਨਗੇ। ਤੇ ਉਹਨਾਂ ਨੇ ਉਹ ਗੱਲ ਵੀ ਸੁਣਾਈ ਸੀ ਕਿ ਮਹਾਤਮਾ ਗਾਂਧੀ ਕੋਲ ਇੱਕ ਬਜ਼ੁਰਗ ਔਰਤ ਆਪਣੇ ਬੇਟੇ ਨੂੰ ਲੈ ਕੇ ਆਈ ਕਿ ਮਹਾਤਮਾ ਜੀ ਇਹ ਗੁੜ ਬਹੁਤ ਖਾਂਦਾ, ਤੇ ਉਹ ਕਹਿੰਦੇ ਅਗਲੇ ਹਫਤੇ ਆਈ। ਅਗਲੇ ਹਫਤੇ ਫਿਰ ਉਹਨੂੰ ਕਿਹਾ ਕਿ ਤੂੰ ਕਾਕਾ ਗੁੜ ਨਾ ਖਾਇਆ ਕਰ। ਉਹ ਬੀਬੀ ਕਹਿੰਦੀ ਵੀ ਤੁਸੀਂ ਇਹ ਗੱਲ ਪਿਛਲੇ ਹਫਤੇ ਕਹਿੰਦੇ, ਮੈਂ ਇੰਨੀ ਦੂਰੋਂ ਆਈ ਆ। ਉਹ ਕਹਿੰਦੀ ਉਦੋਂ ਮੈਂ ਵੀ ਖਾਂਦਾ ਸੀ ਤੇ ਮੈਂ ਹਫਤੇ ਬਾਅਦ ਉਹ ਛੱਡਿਆ। ਸੋ ਕਹਿਣੀ ਤੇ ਜਿਹੜੀ ਕਰਨੀ ਆ ਉਹ ਇੱਕ ਹੋਣੀ ਚਾਹੀਦੀ ਹੈ। ਤੇ ਇਸ ਤੰਤਰ ਦੇ ਵਿੱਚ, ਇਸ ਮੁਲਕ ਦੇ ਵਿੱਚ ਇਹ ਜਿਹੜੀ ਸਿਸਟਮ ਆ ਉਹਦੇ ਵਿੱਚ ਇਸ ਗੱਲ ਦੀ ਕਮੀ ਨਜ਼ਰ ਆਉਂਦੀ ਹੈ। ਗੱਲ ਅਸੀਂ ਕਰਦੇ ਸੀ ਇਸ ਜਾਮ ਦੀ। ਇਸ ਜਾਮ ਦੇ ਨਾਲ ਆਮ ਲੋਕਾਂ ਨੂੰ ਨੁਕਸਾਨ ਨਾ ਹੋਵੇ ਤੇ ਜਿਹੜੀ ਲੋਕਾਂ ਦੀ ਸ਼ਮੂਲੀਅਤ ਹੈ ਇਸ ਧਰਨੇ 'ਚ ਬਣੀ ਰਵੇ ਤੇ ਆਮ ਲੋਕ ਕਿਸਾਨਾਂ ਦਾ ਸਮਰਥਨ ਕਰਦੇ ਰਹਿਣ, ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਕਿਸਾਨਾਂ ਨੇ ਇਸ ਗੱਲ ਦੀ ਵੀ ਘੋਸ਼ਣਾ ਕੀਤੀ ਹੈ ਕਿ ਜੇ ਕੋਈ ਬਿਮਾਰ ਹੋਵੇ, ਕੋਈ ਐਂਬੂਲੈਂਸ ਵਾਲਾ ਬੰਦਾ ਹੋਵੇ, ਜਾਂ ਕੋਈ ਸ਼ਾਦੀ ਵਿਆਹ ਵਾਲੀ ਗੱਲ ਹੈ, ਜਾਂ ਕਿਸੇ ਦੀ ਕੋਈ ਹੋਰ ਐਮਰਜੈਂਸੀ ਆ, ਤੇ ਉਹਨੂੰ ਲੰਘਣ ਦੀ ਜਿਹੜੀ ਇਜਾਜ਼ਤ ਹੈ ਉਹ ਦਿੱਤੀ ਜਾਵੇਗੀ। ਤੇ ਆਮ ਲੋਕਾਂ ਨੂੰ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ, ਕੱਲ੍ਹ ਹੀ ਰਾਤ ਨੂੰ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਇੱਧਰੋਂ ਦੀ ਤੁਸੀਂ ਨਾ ਲੰਘੋ, ਜੇ ਬਹੁਤ ਜ਼ਰੂਰੀ ਆ ਤਦ ਹੀ ਆਇਓ, ਤਦ ਤੁਹਾਨੂੰ ਲੰਘਣ ਦਿੱਤਾ ਜਾਵੇਗਾ। ਪੁਲਿਸ ਨੇ ਵੀ ਕੁਝ ਅਲਟਰਨੇਟ ਰੂਟਸ ਦੀ ਜਿਹੜੀ ਜਾਣਕਾਰੀ ਉਹ ਦਿੱਤੀ ਆ। ਪਰ ਦੇਖਣ ਵਾਲੀ ਗੱਲ ਇਹ ਆ ਕਿ ਸਰਕਾਰ ਕਿਸਾਨਾਂ ਦੀ ਗੱਲ ਕਦੋਂ ਸੁਣੇਗੀ। ਇੱਕ ਸੜਕ ਨੂੰ ਜਾਮ ਕਰ ਦੇਣਾ ਕੋਈ ਹੱਲ ਨਹੀਂ ਹੈਗਾ, ਪਰ ਉਹ ਕਿਸਾਨ ਉੱਥੇ ਕਰਨ ਵੀ ਕੀ। ਇਸ ਦੇ ਨਾਲ ਨਾਲ ਹੀ ਇੱਕ ਸੁਪਰੀਮ ਕੋਰਟ 'ਚ ਕੇਸ ਲੱਗਿਆ ਹੋਇਆ, ਨੋਇਡਾ ਦੀ ਕਿਸੇ ਔਰਤ ਨੇ ਕੇਸ ਦਰਜ ਕੀਤਾ। ਸੁਪਰੀਮ ਕੋਰਟ ਦੇ ਵਿੱਚ ਉਹਦੀ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਨੇ ਫਿਰ ਉਹੀ ਗੱਲ ਦੁਹਰਾਈ ਆ ਕਿ ਸੜਕਾਂ ਜਿਹੜੀਆਂ ਆ ਉਹ ਬੰਦ ਨਹੀਂ ਹੋਣੀਆਂ ਚਾਹੀਦੀਆਂ। ਇਹ ਦੋਨੋਂ ਕੋਰਿਲੇਟ ਕਰਦੀਆਂ ਗੱਲਾਂ। ਜਿੱਦਾਂ ਅਸੀਂ ਤੰਤਰ ਦੀ ਗੱਲ ਕੀਤੀ ਆ ਕਿ ਕਿਹਾ ਜ਼ਰੂਰ ਜਾਂਦਾ ਪਰ ਉਹ ਕੀਤਾ ਨਹੀਂ ਜਾਂਦਾ, ਤੇ ਸੁਪਰੀਮ ਕੋਰਟ ਇਸ ਗੱਲ ਨੂੰ ਲੈ ਕੇ ਬਹੁਤ ਪਹਿਲਾਂ ਇੱਕ ਆਪਣਾ ਫੈਸਲਾ ਸੁਣਾ ਚੁੱਕੀ ਆ ਕਿ ਜਿਹੜੇ ਪ੍ਰਦਰਸ਼ਨ ਆ ਜਾਂ ਵਿਰੋਧ ਆ ਇਹ ਹੋਣੇ ਚਾਹੀਦੇ ਨੇ। ਇਹਨਾਂ ਲਈ ਥਾਵਾਂ ਨਿਸ਼ਚਿਤ ਕੀਤੀਆਂ ਜਾਣ ਤੇ ਜਿਹੜਾ ਪ੍ਰਸ਼ਾਸਨ ਆ ਇਸ ਗੱਲ ਨੂੰ ਸੁਨਿਸ਼ਚਿਤ ਕਰੇ ਕਿ ਜਿੱਥੇ ਵੀ ਕਿਤੇ ਪ੍ਰਦਰਸ਼ਨ ਹੁੰਦੇ ਆ ਉੱਥੇ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਨਾ ਹੋਵੇ, ਕਿਸੇ ਦੀ ਜ਼ਿੰਦਗੀ ਦੇ ਵਿੱਚ ਰੁਕਾਵਟ ਨਾ ਆਵੇ, ਕਿਸੇ ਨੂੰ ਜਾਣ ਆਉਣ 'ਚ ਪਰੇਸ਼ਾਨੀ ਨਾ ਹੋਵੇ। ਜਿਹਨੇ ਹੁਣ ਇਹ ਸੁਪਰੀਮ ਕੋਰਟ 'ਚ ਕੇਸ ਕੀਤਾ ਉਹ ਕੋਈ ਸਿੰਗਲ ਮਦਰ ਆ, ਤੇ ਉਹਨੇ ਕਿਹਾ ਕਿ ਮੈਨੂੰ ਨੋਇਡਾ ਤੋਂ ਦਿੱਲੀ ਆਉਣ ਨੂੰ 2 ਘੰਟੇ ਲੱਗ ਜਾਂਦੇ। ਹਾਲਾਂਕਿ ਨੋਇਡਾ ਤੋਂ ਦਿੱਲੀ ਆਉਣ ਦੇ ਵਿੱਚ ਉਹਦਾ ਕਿਸਾਨ ਅੰਦੋਲਨ ਦਾ ਕਿਤੇ ਹੱਥ ਹੈ ਕਿ ਨਹੀਂ ਹੈ ਮੈਨੂੰ ਨਹੀਂ ਪਤਾ, ਪਰ ਗੱਲ ਉਹੀ ਆ ਕਿ ਸੁਪਰੀਮ ਕੋਰਟ ਨੇ ਫਿਰ ਕਹਿ ਦਿੱਤਾ ਕਿ ਸੜਕਾਂ ਜਿਹੜੀਆਂ ਉਹ ਬੰਦ ਨਹੀਂ ਹੋਣੀਆਂ ਚਾਹੀਦੀਆਂ। ਤੇ ਉਹਨਾਂ ਦੇ ਵਕੀਲ ਨੇ ਕਿਹਾ ਕਿ ਇਹਦੇ ਵਿੱਚ ਯੂਪੀ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਧਿਰ ਬਣਾਇਆ ਜਾਵੇ। ਉਹਨਾਂ ਨੇ ਉਹਨਾਂ ਦੀ ਗੱਲ ਵੀ ਮੰਨ ਲਈ ਤੇ ਇਹਨਾਂ ਦੋਨਾਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਵੀ ਅਗਲੀ ਤਰੀਕ ਦੇ ਵਿੱਚ ਉੱਥੇ ਪੇਸ਼ ਹੋਣ ਲਈ ਕਿਹਾ। ਪਰ ਉਹ ਸਰਕਾਰਾਂ ਦੇ ਨੁਮਾਇੰਦੇ ਵੀ ਆ ਜਾਣਗੇ ਤੇ ਉਹ ਆਪਣੀ ਫਿਰ ਗੱਲ ਸੁਣਾ ਜਾਣਗੇ, ਤੇ ਫਿਰ ਉਹ ਅਸੀਂ ਅਕਸਰ ਇੱਕ ਗੱਲ ਕਰਦੇ ਹਾਂ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ। ਜਾਮ ਵੀ ਲੱਗਦੇ ਰਹਿਣਗੇ, ਵਿਰੋਧ ਪ੍ਰਦਰਸ਼ਨ ਵੀ ਚੱਲਦੇ ਰਹਿਣਗੇ, ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਖੱਜਲ ਖੁਆਰੀਆਂ ਜਿਹੜੀਆਂ ਉਹ ਵੀ ਹੁੰਦੀਆਂ ਰਹਿਣਗੀਆਂ। ਪਰ ਸਰਕਾਰਾਂ ਜਿਹੜੀਆਂ ਆ, ਚਾਹੀਦਾ ਤਾਂ ਉਹਨਾਂ ਨੂੰ ਆ ਕਿ ਜੇ ਤੁਸੀਂ ਵੋਟਾਂ ਲੈ ਕੇ ਸਰਕਾਰ ਬਣਾਈ ਆ ਤੇ ਤੁਸੀਂ ਸਰਕਾਰ ਜਿਹੜੀ ਆ ਉਹ ਬਣਾਈ ਕਿਸ ਗੱਲ ਲਈ। ਵੈਸੇ ਮੈਨੂੰ ਲੱਗਦਾ ਕਿ ਸਰਕਾਰ ਇੰਤਜ਼ਾਰ ਕਰ ਰਹੀ ਹੈ ਕਿ ਜਾਂ ਤਾਂ ਇਹ ਆਪਸ ਨੂੰ ਨਿਖੜ ਜਾਣ ਤੇ ਜਾਂ ਫਿਰ ਇਹ ਥੱਕ ਜਾਣ ਵੀ ਵਾਪਸ ਚਲੇ ਜਾਣ, ਅਸੀਂ ਕੁਝ ਕਰੀਏ ਨਾ। ਬਿਲਕੁਲ। ਇਸ ਤੋਂ ਪਿਛਲਾ ਜਿਹੜਾ ਇੱਕ CAA ਦੇ ਵਿਰੋਧ ਵਿੱਚ ਜਾਮ ਲੱਗਾ ਸੀ ਦਿੱਲੀ ਦੇ ਇੱਕ ਬੜੇ ਮਸ਼ਹੂਰ ਪਾਰਕ ਦੇ ਵਿੱਚ, ਕਾਫੀ ਦੇਰ ਉੱਥੇ ਬੈਠੇ ਰਹੇ, ਸ਼ਾਹੀਨ ਬਾਗ, ਤੇ ਉੱਥੇ ਉਹ ਬੜੀਆਂ ਸਾਰੀਆਂ ਗੱਲਾਂ ਉਹਦੀਆਂ ਹੋਈਆਂ ਤੇ ਬਾਅਦ ਵਿੱਚ ਉਹ ਧਰਨਾ ਉਠਾ ਦਿੱਤਾ ਗਿਆ। ਜਾਂ ਉਹ ਆਪਣੇ ਆਪ, ਜਿੱਦਾਂ ਤੁਸੀਂ ਕਿਹਾ ਕਿ ਸਰਕਾਰ ਆਪਣੇ ਪਿਛਲੇ ਐਕਸਪੀਰੀਅੰਸ ਦੇ ਹਿਸਾਬ ਨਾਲ ਇਹ ਸੋਚਦੀ ਆ, ਤਜਰਬੇ ਦੇ ਨਾਲ, ਕਿ ਇਹ ਥੱਕ ਜਾਣਗੇ ਜਾਂ ਚਲੇ ਜਾਣਗੇ। ਫਿਰ ਮੈਂ ਬਹੁਤ ਵਾਰ ਅਸੀਂ ਇਸ ਗੱਲ ਨੂੰ ਡਿਸਕਸ ਕਰ ਚੁੱਕੇ ਹਾਂ ਪਰਮਿੰਦਰ ਜੀ ਕਿ ਫਿਰ ਸਰਕਾਰ ਜਿਹੜੀ ਆ ਉਹ ਕਿਸੇ ਮੁਗਾਲਤੇ 'ਚ ਆ, ਉਹ ਇੱਕ ਗਲਤ ਫਹਿਮੀ 'ਚ ਆ। ਉਹਨਾਂ ਨੂੰ ਫਿਰ ਪੰਜਾਬੀ ਕਰੈਕਟਰ ਦੀ ਜਿਹੜੀ ਆ ਉਹ ਸਮਝ ਨਹੀਂ ਹੈ। ਤੇ ਦੂਸਰੀ ਗੱਲ ਇਹ ਆ ਕਿ ਹਰ ਮੁੱਦੇ ਦੀ ਇੱਕ ਗਹਿਰਾਈ ਆ। CAA ਦਾ ਆਮ ਲੋਕਾਂ ਤੇ ਕਿੰਨਾ ਅਸਰ ਹੁੰਦਾ ਸੀ ਉਹਦੇ ਬਾਰੇ ਹਾਲੇ ਤੁਸੀਂ ਉਹਦੇ ਬਾਰੇ ਕਹਿ ਨਹੀਂ ਸਕਦੇ ਕਿਉਂਕਿ ਉਹ ਲਾਗੂ ਨਹੀਂ ਹੋਇਆ। ਤੇ ਕਿਸਾਨਾਂ ਦੇ ਖਿਲਾਫ ਜਿਹੜੇ ਇਹ ਕਾਨੂੰਨ ਪਾਸ ਕੀਤੇ ਗਏ ਨੇ, ਇਹਦਾ ਬਹੁਤ ਸਿੱਧਾ ਅਸਰ ਜਿਹੜਾ ਆ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ। ਝੋਨੇ ਦੀ ਖਰੀਦ ਦੇ ਦੌਰਾਨ ਵੀ ਅਸੀਂ ਦੇਖਿਆ ਸੀਗਾ ਕਿ ਪੰਜਾਬ ਤੋਂ ਬਾਹਰੋਂ ਆ ਕੇ ਜਿਹੜੀ ਆ ਕਣਕ, ਝੋਨਾ ਸੀਗਾ, ਜਿਹੜੀ ਫਸਲ ਸੀ ਉਹ ਵਿਕੀ ਸੀ। ਤੇ ਉਸ ਦੇ ਨਾਲ ਦੀ ਨਾਲ ਸਾਰੇ ਹੀ ਮੁਲਕ ਦੀਆਂ ਵੱਖ-ਵੱਖ ਜਥੇਬੰਦੀਆਂ, ਵੱਖ-ਵੱਖ ਕਿਸਾਨ ਧਿਰਾਂ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਸੀ ਕਿ ਜਿਹੜੇ ਕਿਸਾਨਾਂ ਦੇ ਖਿਲਾਫ ਇਹ ਬਿੱਲ ਪੇਸ਼ ਕੀਤੇ ਗਏ ਨੇ ਇਹ ਗਲਤ ਨੇ। ਇਕੱਲੇ ਹਿੰਦੁਸਤਾਨ ਦੇ ਹੀ ਵਿੱਚ ਹੀ ਨਹੀਂ, ਅਸੀਂ ਆਪ ਇਹ ਗੱਲ ਕੀਤੀ ਆ ਕਿ ਅਫਰੀਕਾ ਦੇ ਵਿੱਚ, ਅਮਰੀਕਾ ਦੀਆਂ ਉਸ ਦਿਨ ਅਸੀਂ ਗੱਲ ਕੀਤੀ ਸੀ ਕਿ 150 ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਹਿੰਦੁਸਤਾਨ 'ਚ ਅੰਦੋਲਨ ਹੋ ਰਿਹਾ ਇਹ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਤੇ ਅਮਰੀਕਾ 'ਚ ਵੀ ਹੋਣਾ ਚਾਹੀਦਾ ਸੀ। ਕੋਕੋਆ ਜਿਹੜੇ
ਉਤਪਾਦਨ ਕਰਦੇ ਨੇ, ਜਿਹੜੇ ਕਾਫੀ ਦੇ ਉਤਪਾਦਕ ਕਰਨ ਵਾਲੇ ਕਿਸਾਨ ਨੇ ਅਫਰੀਕਾ ਦੇ ਵਿੱਚ, ਅਸੀਂ ਉਹਨਾਂ ਦੀ ਗੱਲ ਕੀਤੀ ਸੀ। ਤਾਂ ਇਸ ਅੰਦੋਲਨ ਨੂੰ ਥਕਾ ਕੇ ਸਰਕਾਰ ਖਤਮ ਨਹੀਂ ਕਰ ਪਾਊਗੀ। ਇਸੇ ਸੰਬੰਧ ਦੇ ਵਿੱਚ ਅੱਜ ਹਰਿਆਣਾ ਤੋਂ ਹੈਲਥ ਮਿਨਿਸਟਰ ਜਿਹੜੇ ਨੇ ਅਨਿਲ ਵਿਜ, ਉਹਨਾਂ ਨੇ ਤੋਮਰ ਸਾਹਿਬ ਨੂੰ ਚਿੱਠੀ ਲਿਖੀ ਆ ਜੀ। ਉਹਦੇ 'ਚ ਕੀ ਲਿਖਿਆ? ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਕਿਉਂਕਿ ਕਰੋਨਾ ਬਹੁਤ ਜ਼ਿਆਦਾ ਵਾਧਾ ਪਿਆ ਤੇ ਦਿੱਲੀ ਦੀ ਸਰਹੱਦ ਦੇ ਉੱਤੇ ਹਰਿਆਣਾ 'ਚ ਬਹੁਤ ਗਿਣਤੀ ਦੇ ਵਿੱਚ ਕਿਸਾਨ ਬੈਠੇ ਆ, ਇਸ ਤੋਂ ਪਹਿਲਾਂ ਕਿ ਜਿਹੜੀ ਮਹਾਮਾਰੀ ਆ ਉਹ ਫੈਲੇ, ਸਰਕਾਰ ਨੂੰ ਚਾਹੀਦਾ ਆ ਕਿ ਇਸ ਗੱਲ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ। ਮੈਨੂੰ ਹੈਰਾਨੀ ਹੁੰਦੀ ਆ, ਹਰਿਆਣਾ ਦੇ ਮਿਨਿਸਟਰ ਸਾਹਿਬ ਨੇ, ਮੈਨੂੰ ਲੱਗਦਾ ਉਹਨਾਂ ਨੂੰ ਕਿਤੇ ਨੀਂਦ ਤੋਂ ਜਾਗ ਆ ਗਈ, ਕਿਉਂਕਿ ਇਹ ਅੰਦੋਲਨ ਉੱਥੇ ਬਹੁਤ ਦਿਨਾਂ ਤੋਂ ਆ ਤੇ ਹਰਿਆਣੇ ਦੇ ਜਿੰਨੇ MLA, ਜਿੰਨੇ ਮਿਨਿਸਟਰ, ਜਿੰਨੇ MP, ਜਿੰਨੇ ਰਾਜ ਸਭਾ ਮੈਂਬਰ ਸਮੇਤ ਮੁੱਖ ਮੰਤਰੀ ਸਮੇਤ ਉਪ ਮੁੱਖ ਮੰਤਰੀ, ਇਹਨਾਂ ਦਾ ਜਿੰਨਾ ਥਾਂ ਤੇ ਵਿਰੋਧ ਹੋਇਆ ਹੈ, ਇਹਨਾਂ ਨੂੰ ਇਹ ਚਿੱਠੀ ਬਹੁਤ ਪਹਿਲਾਂ ਲਿਖਣੀ ਚਾਹੀਦੀ ਸੀ। ਬਜਾਏ ਇਸ ਦੇ ਕਿ ਚਿੱਠੀ ਲਿਖਣ, ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਕੇਂਦਰ ਸਰਕਾਰ ਨੂੰ, ਆਪਣੀ ਸਰਕਾਰ ਹੈ ਇਹਨਾਂ ਦੀ, ਇੱਥੇ ਵੀ ਇਹਨਾਂ ਦੀ ਸਰਕਾਰ ਹੈ, ਇਹਨਾਂ ਨੂੰ ਇੱਕ ਮੀਟਿੰਗ ਕਰਨੀ ਚਾਹੀਦੀ ਆ। ਵਰਚੁਅਲ ਮੀਟਿੰਗ ਕਰ ਲੈਣ ਬੇਸ਼ੱਕ, ਪ੍ਰਧਾਨ ਮੰਤਰੀ ਤੋਂ ਟਾਈਮ ਲੈ ਕੇ ਇਹਨਾਂ ਨੂੰ ਇਹ ਗੱਲ ਉੱਥੇ ਕਹਿਣੀ ਚਾਹੀਦੀ ਆ। ਦਬਾਅ ਬਣਾਉਣ ਲਈ ਬੇਸ਼ੱਕ ਨਾ ਕਹਿਣ, ਕਿਸਾਨਾਂ ਦੇ ਹੱਕ 'ਚ ਆ ਕੇ ਜੇ ਨਹੀਂ ਕਹਿ ਸਕਦੇ ਤੇ ਆਪਣੇ ਸੂਬੇ ਦੇ ਉੱਤੋਂ ਉਹ ਧਰਨਾ ਜੇ ਚੁਕਾਉਣਾ ਚਾਹੁੰਦੇ ਨੇ, ਜੋ ਸੁਪਰੀਮ ਕੋਰਟ ਦੀ ਗੱਲ ਨੂੰ ਮੰਨਣਾ ਚਾਹੁੰਦੇ ਨੇ, ਤੇ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਆ। ਪਰ ਫਿਰ ਵੀ ਇੱਕ ਚੰਗੀ ਗੱਲ ਆ ਕਿ ਜੇ ਉਹ BJP ਦੀ ਹੀ ਸਰਕਾਰ ਦੇ ਇੱਕ ਮਿਨਿਸਟਰ ਨੇ, BJP ਦੀ ਹੀ ਕੈਬਨਿਟ ਸਰਕਾਰ ਦੇ ਖੇਤੀ ਮੰਤਰੀ ਨੂੰ ਇੱਕ ਚਿੱਠੀ ਲਿਖੀ ਆ, ਤੇ ਉਹ ਇਹ ਗੱਲ ਸ਼ਲਾਘਾਯੋਗ ਆ, ਭਾਵੇਂ ਦੇਰ ਨਾਲ ਚੁੱਕਿਆ ਗਿਆ ਕਦਮ। ਤੇ ਸ਼ਰਮਾ ਜੀ, ਇਸ ਪ੍ਰੋਗਰਾਮ 'ਚ ਅਸੀਂ ਬ੍ਰੇਕ ਲੈਂਦੇ ਹਾਂ ਤੇ ਉਸ ਤੋਂ ਬਾਅਦ ਅਗਲੇ ਮੁੱਦੇ ਤੇ ਫਿਰ ਤੋਂ ਆਉਂਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਹੈ। ਅੰਮ੍ਰਿਤਪਾਲ ਸ਼ਰਮਾ ਜੀ, ਅੱਜ 10 ਤਰੀਕ ਹੈ ਜੀ, ਤੁਹਾਡੇ ਅਕਾਊਂਟ 'ਚ ਪੈਸੇ ਆਏ ਕਿ ਨਹੀਂ ਆਏ? 10 ਤਰੀਕ ਨੂੰ ਸਾਡੇ ਅਕਾਊਂਟ 'ਚ ਪੈਸੇ ਨਹੀਂ ਆਉਂਦੇ ਸੀ, ਪਹਿਲਾਂ ਹੀ ਆਏ। ਠੀਕ ਹੈ। ਵੈਸੇ ਮੈਂ 10 ਤਰੀਕ ਇਸ ਕਰਕੇ ਪੁੱਛ ਰਹੀ ਸੀ ਕਿਉਂਕਿ ਅੱਜ ਕਣਕ ਦੀ ਖਰੀਦ ਸ਼ੁਰੂ ਹੋ ਰਹੀ ਹੈ ਪੰਜਾਬ ਦੀਆਂ ਮੰਡੀਆਂ ਦੇ ਵਿੱਚ। ਬਿਲਕੁਲ ਜੀ। ਤੇ ਕਿਸਾਨਾਂ ਨੂੰ ਆਸ ਹੈ ਕਿ ਫਸਲ ਛੇਤੀ ਵਿਕ ਜਾਏਗੀ ਤੇ ਜੇਬ 'ਚ ਕੋਈ 4 ਪੈਸੇ ਆ ਜਾਣਗੇ ਤੇ ਜ਼ਿੰਦਗੀ ਦੀਆਂ ਕੁਝ ਲੋੜਾਂ ਜਿਹੜੀਆਂ ਉਹ ਪੂਰੀਆਂ ਹੋ ਜਾਣਗੀਆਂ। ਕੀ ਕਹੋਗੇ ਅੱਜ ਦੀ ਖਰੀਦ ਬਾਰੇ? ਪਰਮਿੰਦਰ ਜੀ, ਬੜਾ ਜਿੰਨੀ ਸਾਡੀ ਉਮਰ ਆ ਅਸੀਂ ਦੇਖਦੇ ਹਾਂ ਤੇ ਇੰਨੀ ਚਰਚਾ ਕਦੇ ਨਹੀਂ ਸੀ ਹੋਈ ਕਣਕ ਦੀ ਖਰੀਦ ਨੂੰ ਲੈ ਕੇ ਜੀ। ਤੁਸੀਂ ਮੈਨੂੰ ਪੁੱਛਿਆ ਕਿ ਤੁਹਾਡੇ ਅਕਾਊਂਟ 'ਚ ਪੈਸੇ ਆਏ ਕਿ ਨਹੀਂ ਆਏ, ਤੁਹਾਡੀ ਗੱਲ ਬਿਲਕੁਲ ਦਰੁਸਤ ਆ। ਕਣਕ ਦੀ ਖਰੀਦ, ਕਣਕ ਨੂੰ ਵੇਚਣ ਤੋਂ ਬਾਅਦ ਪੈਸੇ ਹਾਲੇ ਤੱਕ ਨਹੀਂ ਆਏ ਜੀ। ਬਿਲਕੁਲ ਅੱਜ ਕਣਕ ਦੀ ਵਾਢੀ ਕਰਨੀ ਸੀ, ਕਣਕ ਤਿਆਰ ਆ ਆਪਣੇ ਖੇਤਾਂ ਦੀ ਵੀ, ਸਿਰਫ ਇਸੇ ਕਰਕੇ ਨਹੀਂ ਕੀਤੀ ਕਿ ਖਰੀਦ ਸ਼ੁਰੂ ਹੋ ਜਾਏ, ਨਹੀਂ ਤੇ ਉਹ ਟਰਾਲੀ ਭਰ ਕੇ ਖੜੀ ਕਿੱਥੇ ਕਰਾਂਗੇ ਜੀ। ਛੋਟੇ ਜ਼ਿਮੀਂਦਾਰ ਆ ਤੇ ਇੰਨੀ ਜਗ੍ਹਾ ਨਹੀਂ ਹੈਗੀ ਕਿਤੇ ਵੀ 2 ਟਰਾਲੀਆਂ ਭਰ ਕੇ ਖੜੀਆਂ ਕਰ ਲਈਏ ਜੀ। ਤੇ ਨਾਲ ਦੇ 1-2 ਸੱਜਣਾ ਨਾਲ ਵੀ ਗੱਲ ਹੋਈ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ 2-1 ਦਿਨ ਦੇਖ ਲੈਂਦੇ ਆ, ਸ਼ੁਰੂਆਤ ਹੋ ਜਾਏ ਫਿਰ ਕਰ ਲਾਂਗੇ। ਮੌਸਮ ਤੋਂ ਵੀ ਡਰ ਲੱਗਦਾ, ਆਉਣ ਵਾਲੇ ਦਿਨਾਂ 'ਚ ਬਾਰਿਸ਼ ਦੇ ਆਸਾਰ ਵੀ ਦੱਸੇ ਹੋਏ ਨੇ ਤੇ ਕਿਹਾ ਜਾਂਦਾ ਕਿ ਜਦੋਂ ਕਣਕ ਭਿੱਜ ਜਾਂਦੀ ਫਿਰ ਉਹਦਾ ਕੁਝ ਨਹੀਂ ਬਚਦਾ। ਭਿੱਜੇ ਵਿਆਹ ਦਾ ਤੇ ਭਿੱਜੇ ਗਾਹ ਦਾ ਕੋਈ ਬਾਲੀ ਨਹੀਂ ਹੁੰਦਾ। ਗਾਹ ਉਦੋਂ ਕਹਿੰਦੇ ਸੀ ਜਦੋਂ ਕਣਕ ਹੱਥਾਂ ਨਾਲ ਗਾਹੀ ਜਾਂਦੀ ਸੀ, ਪਸ਼ੂਆਂ ਨਾਲ ਇੱਕ ਪੇੜ ਦੇ ਵਿੱਚ ਖਿਲਾਰ ਕੇ ਤੇ ਗਹਾਈ ਉਹਦੀ ਜਿਹੜੀ ਕੀਤੀ ਜਾਂਦੀ ਸੀ। ਜਿਹੜੀ ਹੁਣ ਤੁਸੀਂ ਵਢਾਈ ਜਾਂ ਕਢਾਈ ਕਹਿੰਦੇ ਆ, ਉਹਨੂੰ ਕਦੇ ਵਢਾਈ ਤੇ ਗਹਾਈ ਕਿਹਾ ਜਾਂਦਾ ਸੀ। ਕਣਕ ਹੱਥਾਂ ਨਾਲ ਵੱਢ ਕੇ ਫਿਰ ਇੱਕ ਪੱਧਰੀ ਜਗ੍ਹਾ ਤੇ ਉੱਤੇ ਖਿਲਾਰ ਕੇ ਉਹਨੂੰ ਸੁਕਾਉਣ ਥੋੜ੍ਹੇ 1 ਦਿਨ ਲਈ ਛੱਡ ਲਿਆ ਜਾਂਦਾ ਸੀ। ਉਸ ਤੋਂ ਬਾਅਦ ਉਹਦੇ ਤੇ ਪਸ਼ੂ ਘੁਮਾਏ ਜਾਂਦੇ ਸੀ ਤੇ ਪਸ਼ੂਆਂ ਦੇ ਪੈਰਾਂ ਨਾਲ ਉਹ ਛਿੱਟਿਆਂ 'ਚੋਂ ਮਿੱਧੀ ਜਾਂਦੀ ਸੀ ਤੇ ਫਿਰ ਉਹਨੂੰ ਉਡਾ ਕੇ ਕਰਿਆ ਜਾਂਦਾ ਸੀ ਤੇ ਉਹਨੂੰ ਕਣਕ ਦੀ ਗਹਾਈ ਕਿਹਾ ਜਾਂਦਾ ਸੀ। ਤਾਂ ਹੀ ਕਿਹਾ ਜਾਂਦਾ ਕਿ ਭਿੱਜੇ ਗਾਹ ਦਾ ਤੇ ਭਿੱਜੇ ਵਿਆਹ ਦਾ ਕੁਝ ਨਹੀਂ ਬਚਦਾ। ਸੋ ਇਸ ਵਾਰ ਦੀ ਜਿਹੜੀ ਚਰਚਾ ਆ ਉਹ ਇਸ ਕਰਕੇ ਆ ਕਿ ਕਾਫੀ ਪਿਛਲੇ ਸਾਲਾਂ ਤੋਂ ਸਰਕਾਰ ਇਸ ਗੱਲ ਲਈ ਜਦੋਜਹਿਦ ਦੇ ਵਿੱਚ ਆ ਕਿ ਜਿਹੜੀ ਕਣਕ ਦੀ ਜਾਂ ਝੋਨੇ ਦੀ ਜਾਂ ਜਿੰਨੀਆਂ ਵੀ ਫਸਲਾਂ ਦੀ ਜਿਹੜੀਆਂ ਪੱਕੀਆਂ ਫਸਲਾਂ ਦੀ ਖਰੀਦ ਆ ਉਹਦੀ ਅਦਾਇਗੀ ਜਿਹੜੀ ਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੀ ਕੀਤੀ ਜਾਵੇ ਜੀ। ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਗੰਨੇ ਦੀ ਜਿਹੜੀ ਅਦਾਇਗੀ ਆ ਉਹ ਸਿੱਧੀ ਹੋਣ ਲੱਗ ਪਈ ਆ। ਬਹੁਤ ਪਹਿਲਾਂ ਉਹ ਕੈਸ਼ 'ਚ ਹੁੰਦੀ ਸੀ, ਫਿਰ ਉਹ ਖਾਤਿਆਂ 'ਚ ਹੋਣ ਲੱਗ ਗਈ ਆ, ਪਰ ਉਹ ਨਾਮ ਦੀ ਹੀ ਸਿੱਧੀ ਹੁੰਦੀ ਆ। ਪਿਛਲੇ ਤੋਂ ਪਿਛਲੇ ਸਾਲਾਂ ਦੇ ਪੈਸੇ ਹੱਲੇ ਵੀ ਨਹੀਂ ਮਿਲੇ। ਕਣਕ ਲਈ ਜਿਹੜੀ ਸਿਸਟਮ ਆ ਉਹ ਇਸ ਤੋਂ ਪਹਿਲਾਂ ਇੱਦਾਂ ਆ ਕਿ ਖਾਤੇ ਜਿਹੜੇ ਪੰਜਾਬ ਸਰਕਾਰ ਨੂੰ ਮਿਲ ਜਾਂਦੀ ਆ ਕੇਂਦਰ ਸਰਕਾਰ ਤੋਂ ਪੈਸੇ, ਤੇ ਪੰਜਾਬ ਸਰਕਾਰ ਫਿਰ ਉਹ ਆਪਣੀਆਂ ਏਜੰਸੀਆਂ ਨੂੰ ਦਿੰਦੀ ਆ, ਜਿਹੜੀਆਂ ਵੀ ਖਰੀਦ ਏਜੰਸੀਆਂ, ਚਾਹੇ ਉਹ ਪਨਗਰੇਨ ਆ, ਚਾਹੇ ਉਹ ਮਾਰਕਫੈਡ ਆ, ਚਾਹੇ ਉਹ ਪਨਸਪ ਆ, ਚਾਹੇ ਉਹ FCI ਆ। ਤੇ ਫਿਰ ਜਿੰਨੀ ਜਿਹੜੀ ਮੰਡੀਆਂ ਦੇ ਵਿੱਚ ਕਣਕ ਆਉਂਦੀ ਆ, ਪੱਕੇ ਯਾਰਡ ਬਣੇ ਹੋਏ ਨੇ ਤੇ ਕੁਝ ਟੈਂਪਰੇਰੀ ਬਣਦੇ ਨੇ ਫਸਲ ਦੇ ਦਿਨਾਂ ਦੇ ਵਿੱਚ। ਉੱਥੇ ਕਿਸਾਨ ਆਪਣੀ ਫਸਲ ਲੈ ਕੇ ਆਉਂਦੇ ਨੇ, ਉਹਦੀ ਸਫਾਈ ਹੁੰਦੀ ਆ, ਉੱਥੇ ਹਵਾ ਲਾ ਕੇ ਪੱਖਾ ਲਾ ਕੇ ਕਣਕ ਉਡਾਈ ਜਾਂਦੀ ਆ। ਉਸ ਤੋਂ ਬਾਅਦ ਉਹਦੀ ਭਰਾਈ ਹੁੰਦੀ ਆ, ਫਿਰ ਉਹਦੀ ਤੁਲਾਈ ਹੁੰਦੀ ਆ। ਉਹਦੇ ਲਈ ਜਿਹੜੀਆਂ ਬੋਰੀਆਂ ਆ ਉਹ ਵੀ ਉਹ ਜਿਹੜੀਆਂ ਕਮੇਟੀਆਂ ਆ, ਜਿਹੜੀਆਂ ਖਰੀਦ ਏਜੰਸੀਆਂ ਆ ਉਹ ਦਿੰਦੀਆਂ ਆ ਆੜ੍ਹਤੀਆਂ ਨੂੰ, ਤੇ ਆੜ੍ਹਤੀ ਉਹ ਕਣਕ ਜਿਹੜੀ ਆ ਭਰ ਦਿੰਦੇ ਆ। ਤੇ ਉਸ ਤੋਂ ਬਾਅਦ ਉਹ ਜਿਹੜੀ ਪੇਮੈਂਟ ਆ ਉਹ ਉਹਨਾਂ ਕੰਪਨੀਆਂ ਵੱਲੋਂ, ਉਹਨਾਂ ਖਰੀਦ ਏਜੰਸੀਆਂ ਵੱਲੋਂ ਆੜ੍ਹਤੀਆਂ ਨੂੰ ਕੀਤੀ ਜਾਂਦੀ, ਤੇ ਆੜ੍ਹਤੀ ਉਹਦੇ 'ਚ ਆਪਣਾ ਕਮਿਸ਼ਨ ਜੋ ਵੀ ਉਹਨਾਂ ਨੇ ਸਫਾਈ ਕੀਤੀ ਆ, ਉਡਾਈ ਕੀਤੀ ਆ, ਜਾਂ ਉਹਨਾਂ ਦਾ ਜੋ ਵੀ ਕਮਿਸ਼ਨ ਬਣਦਾ ਆ ਪਰ ਕੁਇੰਟਲ ਦੇ ਹਿਸਾਬ ਨਾਲ, ਉਸ ਕੱਟ ਕੇ ਬਾਕੀ ਦੀ ਜਿਹੜੀ ਪੇਮੈਂਟ ਆ ਉਹ ਕਿਸਾਨਾਂ ਨੂੰ ਕਰਦੇ ਆ। ਸਰਕਾਰ ਇਹ ਚਾਹੁੰਦੀ ਆ ਕਿ ਇਹ ਜਿਹੜੀ ਪੇਮੈਂਟ ਆ ਉਹਦੇ ਵਿੱਚੋਂ ਆੜ੍ਹਤੀ ਜਿਹੜੇ ਉਹ ਬਾਹਰ ਕਰ ਦਿੱਤੇ ਜਾਣ। ਆੜ੍ਹਤੀਆਂ ਨੂੰ ਬਾਹਰ ਕਰਨ ਦੀ ਗੱਲ ਨਹੀਂ ਉਹ ਕਰ ਰਹੇ, ਇਹ ਕਹਿ ਰਹੇ ਆ ਕਿ ਪੇਮੈਂਟ ਸਿੱਧੀ ਕਿਸਾਨਾਂ ਨੂੰ ਕੀਤੀ ਜਾਊਗੀ, ਤੇ ਜਿਹੜੇ ਬਾਕੀ ਛੋਟੇ ਕੰਮ ਦੀ ਜਿਹੜੀ ਫਸਲ ਦੀ ਖਰੀਦ ਦੇ ਉੱਤੇ ਜਿਹੜੇ ਖਰਚੇ ਆ ਉਹਦੀ ਪੇਮੈਂਟ ਕਿਸਾਨ ਆੜ੍ਹਤੀਆਂ ਨੂੰ ਬਾਅਦ ਵਿੱਚ ਕਰਨ। ਗੱਲ ਇਦਾਂ ਹੈ ਕਿ ਪਹਿਲਾਂ ਕਿਸਾਨ ਆੜ੍ਹਤੀਆਂ ਕੋਲੋਂ ਲੈਂਦੇ ਸੀ ਤੇ ਹੁਣ ਕਿਸਾਨ ਆੜ੍ਹਤੀਆਂ ਨੂੰ ਦੇਣ, ਹਨਾ? ਬਿਲਕੁਲ।
ਸਰਕਾਰ ਦਾ ਤਰਕ ਆਪਣੀ ਜਗ੍ਹਾ ਤੇ ਠੀਕ ਆ ਕਿ ਜਿਹਨੇ ਫਸਲ ਵੇਚੀ ਆ ਪੈਸੇ ਅਸੀਂ ਉਹਨੂੰ ਦੇ ਦੇਣੇ ਆ, ਉਹਨੇ ਜਿਹੜੀ ਖਰਚ ਦੇ ਪੈਸੇ ਆ ਉਹ ਬਾਅਦ ਵਿੱਚ ਆੜ੍ਹਤੀਆਂ ਨੂੰ ਦੇਣੇ ਆ। ਪਰ ਕਿਉਂਕਿ ਸਾਡਾ ਜਿਹੜਾ ਸਿਸਟਮ ਆ ਉਹ ਮੂਲ ਤਾਂ ਪਿਛਲੇ ਲੰਬੇ ਸਮੇਂ ਤੋਂ ਕਿਸੇ ਹੋਰ ਤਰੀਕੇ ਨਾਲ ਚੱਲ ਰਿਹਾ ਜੀ। ਬੇਸ਼ੱਕ ਸਰਕਾਰ ਕਿਸਾਨਾਂ ਨੂੰ ਬਹੁਤ ਵੱਡੇ ਪੱਧਰ ਤੇ ਲੋਨ ਦਿੰਦੀ ਆ, ਕੋਆਪਰੇਟਿਵ ਸੁਸਾਇਟੀਆਂ ਰਾਹੀਂ ਵੀ ਦਿੰਦੀ ਆ, ਨੈਸ਼ਨਲਾਈਜ਼ ਬੈਂਕਾਂ ਰਾਹੀਂ ਵੀ ਦਿੰਦੀ ਆ, ਇਹਨਾਂ ਨੂੰ ਅਸੀਂ ਕ੍ਰੈਡਿਟ ਲਿਮਿਟਸ ਕਹਿੰਦੇ ਆ, ਕਿਸਾਨ ਕ੍ਰੈਡਿਟ ਕਾਰਡ ਕਹਿੰਦੇ ਆ, ਜਾਂ ਵੱਖਰੇ ਉਹਨਾਂ ਦੇ ਨਾਮ ਨੇ। ਕਿਸਾਨਾਂ ਨੂੰ ਉਹ ਲੋਨ ਇਸੇ ਕਰਕੇ ਮਿਲਦੇ ਨੇ ਕਿ ਤੁਸੀਂ ਮੌਕੇ ਤੇ ਆਪਣੀ ਬੀਜ, ਖਾਦ ਤੇ ਦਵਾਈਆਂ ਤੇ ਸਪਰੇਅ ਦਾ ਪ੍ਰਬੰਧ ਕਰ ਲਓ ਤੇ ਆਪਣੀ ਫਸਲ ਬੀਜ ਲਓ, ਤੇ ਜਦੋਂ ਤੁਸੀਂ ਫਸਲ ਵੇਚ ਲੈਂਦੇ ਆ ਤੇ ਉਹ ਜਿਹੜੇ ਪੈਸੇ ਆ ਉਸ ਲੋਨ ਨੂੰ ਵਾਪਸ ਕਰ ਦਿਓ। ਪਰ ਕਿਸਾਨਾਂ ਦੀ ਜਿਹੜੀ ਆਰਥਿਕ ਹਾਲਤ ਆ ਉਹਦੇ 'ਚ ਹੋਰ ਬਹੁਤ ਸਾਰੇ ਲੋਚੇ ਨੇ, ਦੇਖੋ ਦੇਖੀ ਕਰਨ ਵਾਲੇ ਬਹੁਤ ਸਾਰੇ ਖਰਚੇ ਨੇ ਜਿਹੜੇ ਅਸੀਂ ਕਈ ਵਾਰੀ ਉਹਨਾਂ ਕਰਜ਼ਿਆਂ ਨਾਲ ਕਰ ਲੈਂਦੇ ਹਾਂ। ਸਰਕਾਰ ਇਹ ਚਾਹੁੰਦੀ ਸੀ ਕਿ ਪੈਸੇ ਸਿੱਧੇ ਦਈਏ, ਪਰ ਮੈਂ ਉਹੀ ਗੱਲ ਕਰਦਾ ਸੀ ਕਿ ਸਾਡੇ ਸਿਸਟਮ 'ਚ ਕਮੀ ਆ ਪਿਛਲੇ ਬਹੁਤ ਲੰਬੇ ਸਮੇਂ ਤੋਂ, ਕਿ ਅਸੀਂ ਬਹੁਤ ਵਾਰ ਜਿਹੜੇ ਪੈਸੇ ਆ ਉਹ ਆੜ੍ਹਤੀਆਂ ਤੋਂ ਪਹਿਲਾਂ ਲਏ ਹੁੰਦੇ ਨੇ। ਫਿਰ ਉੱਥੇ ਉਹੀ ਮੁਹਾਵਰਾ ਆ ਕਿ ਸ਼ਾਹ ਬਿਨਾਂ ਪੱਤ ਨਹੀਂ ਤੇ ਗੁਰੂ ਬਿਨਾਂ ਗੱਤ ਨਹੀਂ। ਸ਼ਾਹ ਜਿਹੜੇ ਸਾਡੇ ਆੜ੍ਹਤੀ ਆ, ਜਿਹੜੇ ਸਾਡੇ ਵੱਡੇ ਛੋਟੀਆਂ ਲੋੜਾਂ ਲਈ ਸਾਡੇ ਵੱਡੇ ਫਾਈਨਾਂਸਰ ਨੇ। ਹਰ ਵੇਲੇ ਜਦੋਂ ਵੀ ਸਾਨੂੰ ਕਿਤੇ 2000, 10,000, 5,000, 20,000 ਸਾਡੀ ਵਿੱਤ ਦੇ ਮੁਤਾਬਕ ਲੋੜ ਹੋਵੇ, ਅਸੀਂ ਆਪਣੇ ਆੜ੍ਹਤੀਏ ਕੋਲ ਜਾ ਸਕਦੇ ਹਾਂ, ਚਾਹੇ ਫਸਲ ਵੇਚੀ ਆ ਚਾਹੇ ਨਹੀਂ ਵੇਚੀ। ਅਸੀਂ ਕਹਿ ਦਿੰਦੇ ਹਾਂ ਸ਼ਾਹ ਜੀ ਇੰਨੇ ਪੈਸੇ ਦਿਓ, ਆ 2 ਮਹੀਨਿਆਂ ਨੂੰ ਕਣਕ ਆਈ ਤੁਹਾਨੂੰ ਦੇ ਦੇਣੇ ਆ, ਹੋਰ 2 ਮਹੀਨਿਆਂ ਨੂੰ ਝੋਨਾ ਆਇਆ ਤੁਹਾਨੂੰ ਦੇ ਦੇਣੇ ਆ। ਤੇ ਉਹ ਜਿਹੜਾ ਸਾਡਾ ਨਿੱਜ ਦਾ ਹਿਸਾਬ ਕਿਤਾਬ ਰੋਜ਼ ਦਾ ਬਣਿਆ ਹੋਇਆ, ਉਹ ਖਰਾਬ ਹੋਣ ਤੋਂ ਆੜ੍ਹਤੀਆਂ ਨੂੰ ਇਸ ਗੱਲ ਤੋਂ ਪਰੇਸ਼ਾਨੀ ਲੱਗ ਰਹੀ ਹੈ, ਡਰ ਲੱਗ ਰਿਹਾ। ਖਰੀਦ ਜਿਹੜੀ ਤੁਸੀਂ ਗੱਲ ਕੀਤੀ ਆ ਅੱਜ ਤੋਂ ਸ਼ੁਰੂ ਹੋਣੀ ਆ, ਕਿਉਂਕਿ ਰੇੜਕਾ ਬਹੁਤ ਦਿਨਾਂ ਦਾ ਬਣਿਆ ਹੋਇਆ। ਹਾਲਾਂਕਿ ਫੈਸਲਾ ਕੇਂਦਰ ਨੇ ਕਰ ਦਿੱਤਾ ਕਿ ਜਿਹੜੀਆਂ ਪੰਜਾਬ ਦੀਆਂ ਏਜੰਸੀਆਂ ਆ ਉਹਨਾਂ ਨਾਲ ਪੰਜਾਬ ਸਰਕਾਰ ਆਪ ਨਜਿੱਠ ਲਿਆ, ਜਿੱਦਾਂ ਮਰਜ਼ੀ ਪੇਮੈਂਟ ਕਰੇ। ਪਰ ਕੇਂਦਰੀ ਏਜੰਸੀ ਜਿਹੜੀ FCI ਆ, ਜਿਹਨੇ ਘੱਟੋ ਘੱਟ ਕੋਈ 20-22% ਪੰਜਾਬ ਦੀ ਕਣਕ ਖਰੀਦਣੀ ਆ ਸੈਂਟਰਲ ਪੂਲ ਲਈ, ਉਹ ਸਿੱਧੀ ਅਦਾਇਗੀ ਕਰੂਗੀ। ਤੇ ਉਹਨਾਂ ਦਾ ਪਿਛਲੇ ਸਾਲ ਦਾ ਕੁਝ 130-31 ਕਰੋੜ ਦੇ ਬਕਾਏ ਦਾ ਵੀ ਰੌਲਾ ਸੀ, ਉਹ ਕੇਂਦਰ ਸਰਕਾਰ ਨੇ ਮੰਨ ਲਿਆ ਸੀ ਕੱਲ੍ਹ ਵਾਲੀ ਮੀਟਿੰਗ 'ਚ ਕਿ ਉਹ ਅਸੀਂ ਦੇ ਦਿਆਂਗੇ। ਪਰ ਅੱਜ ਦੀ ਤਰੀਕ 'ਚ ਸਿੱਧੀ ਅਦਾਇਗੀ ਦੇ ਰਾਹੀਂ ਜਿਹੜੀ ਖਰੀਦ ਹੁੰਦੀ ਉਹ ਨਜ਼ਰ ਨਹੀਂ ਆਉਣੀ। ਸ਼ਨੀਵਾਰ ਕਰਕੇ ਪਹਿਲਾ ਦਿਨ ਆ ਤੇ ਬਾਰਦਾਨਾ ਹਾਲੇ ਮੰਡੀਆਂ 'ਚ ਨਹੀਂ ਪਹੁੰਚਿਆ, ਅਧਿਕਾਰੀ ਹਾਲੇ ਮੰਡੀਆਂ 'ਚ ਨਹੀਂ ਪਹੁੰਚੇ, ਸਰਕਾਰ ਨੇ ਉਹ ਜਿਹੜਾ ਆਪਣਾ ਸਿਸਟਮ ਬਣਾਉਣਾ ਆ, ਸੌਫਟਵੇਅਰ ਬਣਾਉਣਾ ਆ, ਉਹ ਹਾਲੇ ਤੱਕ ਨਹੀਂ ਪਹੁੰਚਿਆ। ਉਸ ਤੋਂ ਵੀ ਪਹਿਲਾਂ ਦੀ ਗੱਲ ਜੇ ਅਸੀਂ ਕਰੀਏ, ਜਦੋਂ ਝੋਨੇ ਦੀ ਖਰੀਦ ਹੋਈ ਸੀ ਤੇ ਮੰਡੀਆਂ ਨੂੰ ਮਾਰਕਿੰਗ ਕੀਤੀ ਗਈ ਸੀ, ਖਾਨੇ ਬਣਾਏ ਗਏ ਸੀ ਤੇ ਦੂਰੀ ਦਾ ਧਿਆਨ ਰੱਖਿਆ ਗਿਆ ਸੀ, ਸੈਨੀਟਾਈਜੇਸ਼ਨ ਦਾ ਕੁਝ ਸਿਸਟਮ ਸੀਗਾ ਉੱਥੇ, PP ਕਿੱਟਾਂ ਨੂੰ ਲੈ ਕੇ ਗੱਲਬਾਤ ਸੀ, ਬਹੁਤ ਸਾਰੇ ਵਲੰਟੀਅਰਸ ਦੀਆਂ ਡਿਊਟੀਆਂ ਲਾਈਆਂ ਗਈਆਂ ਸੀ। ਉਹ ਸਾਰੀਆਂ ਚੀਜ਼ਾਂ ਕਰਨ ਲਈ 1-2 ਦਿਨ ਹਾਲੇ ਲੱਗ ਜਾਣਗੇ, ਖਰੀਦ ਜ਼ਰੂਰ ਹੋ ਜਾਏਗੀ। ਤੇ ਸ਼ਰਮਾ ਜੀ, ਇਹ ਤਾਂ ਹੋਗੀ ਪੰਜਾਬ ਦੇ ਖਰੀਦ ਸੀਜ਼ਨ ਦੀ ਗੱਲ, ਤੇ ਵੈਸੇ ਇਸ ਵੇਲੇ ਨਾ ਬਾਹਰਲੀਆਂ ਸਟੇਟਾਂ ਤੋਂ ਵੀ ਗੱਡੀਆਂ ਭਰ ਪਹੁੰਚ ਰਹੀਆਂ ਨੇ, ਉਹ ਕੀ ਮਾਮਲਾ ਹੈ? ਬਿਲਕੁਲ, ਦੇਖੋ ਜੀ, ਅਸੀਂ ਪਿਛਲੇ ਸੀਜ਼ਨ 'ਚ ਵੀ ਦੇਖਿਆ ਸੀ ਕਿ ਝੋਨੇ ਦੇ ਸੀਜ਼ਨ 'ਚ ਬੜਾ ਰੌਲਾ ਪਿਆ ਸੀ। ਕੇਂਦਰ ਸਰਕਾਰ ਦਾ ਜਿਹੜਾ ਦਾਅਵਾ ਸੀਗਾ ਕਿ ਇੱਕ ਦੇਸ਼ ਇੱਕ ਮੰਡੀ, ਤੇ ਜਿਹੜੀ MSP ਦੀਆਂ ਉਹ ਗੱਲਾਂ ਕਰਦੇ ਆ, ਬਹੁਤ ਦੇਰ ਤੋਂ ਉਹ ਇਸ ਗੱਲ ਦਾ ਝੂਠਾ ਦਾਅਵਾ ਕਰ ਰਿਹਾ ਕਿ MSP ਜਿਹੜੀ ਉਹ ਕਿਤੇ ਨਹੀਂ ਜਾਊਗੀ। ਜੇ MSP ਕਿਤੇ ਨਹੀਂ ਜਾਊਗੀ, ਜੇ ਮਿਨੀਮਮ ਸਪੋਰਟ ਪ੍ਰਾਈਸ ਸਾਰੇ ਦੇਸ਼ ਦੇ ਵਿੱਚ ਲਾਗੂ ਆ, ਤੇ ਫਿਰ ਬਿਹਾਰ ਤੋਂ ਪੰਜਾਬ ਦੀਆਂ ਮੰਡੀਆਂ ਹਲੇ ਸ਼ੁਰੂ ਵੀ ਨਹੀਂ ਹੋਈਆਂ ਤੇ ਕਣਕ ਪਹੁੰਚ ਵੀ ਗਈ। ਕੱਲ੍ਹ ਦੀ ਹੀ ਖਬਰ ਆ ਕਿ ਦਰਭੰਗਾ ਤੋਂ, UP ਤੋਂ, ਬਿਹਾਰ ਤੋਂ, ਕੁਝ ਹੋਰ ਸ਼ਹਿਰਾਂ ਦੇ ਨਾਮ ਆ, 30 ਤੋਂ ਜ਼ਿਆਦਾ ਵੱਡੇ ਟਰਾਲੇ, ਇੱਕ ਟਰਾਲੇ 'ਚ 400 ਕੁਇੰਟਲ ਦੇ ਕਰੀਬ ਕਣਕ ਆ, 3 ਫੜੇ ਵੀ ਗਏ ਨੇ ਮੰਡੀ 'ਚ, ਜਿਹੜੇ ਕੱਲ੍ਹ ਸ਼ਾਮੀ ਪਹੁੰਚ ਗਈ ਮੰਡੀ ਦੇ ਵਿੱਚ ਕਣਕ। ਹਾਲੇ ਖਰੀਦ ਸ਼ੁਰੂ ਨਹੀਂ ਹੋਈ। ਜੇ ਅਸੀਂ ਮੋਟੇ ਅਨੁਮਾਨ ਦੀ ਗੱਲ ਕਰੀਏ ਤੇ ਬਹੁਤ ਦਿਨਾਂ ਤੋਂ ਅਸੀਂ ਅਖਬਾਰਾਂ 'ਚ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਇਸ ਵਾਰ 131 ਲੱਖ ਟਨ ਕਣਕ ਦੀ ਖਰੀਦ ਹੋਣ ਦੀ ਉਮੀਦ ਆ। ਇੰਨੀ ਸਾਡੀ ਫਸਲ ਜਿਹੜੀ ਇਸ ਸਾਲ ਹੋਣੀ ਆ। ਬਹੁਤ ਸਾਰੀ ਅਸੀਂ ਘਰ ਵੀ ਵਰਤ ਲੈਂਦੇ ਹਾਂ, ਤੇ ਜਿਹੜੀ ਮੰਡੀ 'ਚ ਆਉਣੀ ਆ ਉਹ 131 ਲੱਖ ਟਨ ਦੀ ਉਮੀਦ ਆ। ਤੇ ਜੇ ਬਾਹਰੋਂ ਕਣਕ ਹੁਣੇ ਸ਼ੁਰੂ ਹੋਣੀ ਹੋ ਗਈ, ਇਹ ਬਾਹਰੋਂ ਕਣਕ ਇਸੇ ਕਰਕੇ ਆ ਰਹੀ ਹੈ ਕਿਉਂਕਿ ਉੱਥੇ MSP ਜਿਹੜੀ ਉਹ ਨਹੀਂ ਹੈਗੀ। ਸਰਕਾਰ ਜਿੰਨੇ ਮਰਜ਼ੀ ਝੂਠੇ ਦਾਅਵੇ ਕਰੀ ਜਾਵੇ, ਜਿੰਨੀ ਮਰਜ਼ੀ ਬਿਆਨਬਾਜ਼ੀ ਕਰੀ ਜਾਵੇ, ਪਰ ਜਿਹੜੀ ਹਾਲਾਤ ਨੇ ਉਹ MSP ਨੂੰ ਗਰੰਟੀ ਬਣਾਏ ਬਿਨਾਂ ਕਿਸਾਨਾਂ ਦੇ ਜਿਹੜੇ ਉਹ ਸੁਧਰਨੇ ਨਹੀਂ। ਜੇ ਹੁਣ ਉਹ ਇਸ ਕਣਕ ਨੂੰ ਭਾਵੇਂ ਕਿਸਾਨਾਂ ਨੇ ਫੜ ਲਿਆ, ਪੁਲਿਸ ਨੇ ਫੜ ਲਿਆ, ਉਹਨਾਂ ਤੇ ਪਰਚੇ ਵੀ ਹੋ ਗਏ ਨੇ, ਪਰ ਮਸਲਾ ਤਾਂ ਇਹ ਆ ਨਾ ਜੀ ਕਿ ਇਹ ਸਾਰਾ ਕੁਝ ਹੋ ਕਿਉਂ ਰਿਹਾ। ਸਰਕਾਰ ਦੇ ਜਿਹੜੇ ਦਾਅਵੇ ਨੇ ਇੱਕ ਦੇਸ਼ ਇੱਕ ਮੰਡੀ ਦੇ, ਉਹ MSP ਨੂੰ ਜਦ ਤੱਕ ਤੁਸੀਂ ਗਰੰਟੀ ਨਹੀਂ ਬਣਾਉਂਦੇ ਤਦ ਤੱਕ ਉਹ ਮਸਲਾ ਹੱਲ ਨਹੀਂ ਹੋਣਾ। ਉਹਨਾਂ ਡਰਾਈਵਰਾਂ ਤੋਂ ਜਦੋਂ ਪੁੱਛਗਿੱਛ ਹੋਈ, ਉਹਨਾਂ ਨੇ ਦੱਸਿਆ ਕਿ ਇਹ 1100 ਜਾਂ 1200 ਰੁਪਏ ਕੁਇੰਟਲ ਖਰੀਦੀ ਹੋਈ ਕਣਕ ਹੈ, ਯਾਨੀ ਕਿ 700-800 ਰੁਪਏ 900 ਰੁਪਏ ਦਾ ਫਰਕ ਇੱਕ ਕੁਇੰਟਲ ਪਿੱਛੇ। ਤੇ ਉਹ ਫਿਰ ਕਿਸਾਨਾਂ ਦਾ ਕਿੱਦਾਂ ਭਲਾ ਹੋਊਗਾ। ਫਿਰ ਉਹੀ ਗੱਲ ਆ ਕਿ ਪੰਜਾਬ ਤੇ ਹਰਿਆਣੇ 'ਚ ਕਿਉਂਕਿ MSP ਲਾਗੂ ਆ, ਇਸੇ ਕਰਕੇ ਇਹ ਬਾਹਰੋਂ ਕਣਕ ਜਿਹੜੀ ਇੱਥੇ ਆ ਰਹੀ ਹੈ। ਹੁਣ ਮੁਨਾਫਾਖੋਰੀ ਨੂੰ ਤੁਸੀਂ ਉਹਨਾਂ 2 ਬੰਦਿਆਂ ਨੂੰ ਫੜ ਕੇ ਉਹਨਾਂ ਤੇ ਪਰਚਾ ਕਰਕੇ ਮੁਲਕ ਦੇ ਹਾਲਾਤ ਨਹੀਂ ਸੁਧਾਰ ਸਕਦੇ। ਇਹਦੇ ਨਾਲ ਤਾਂ ਸਿਰਫ ਪੰਜਾਬ ਸਰਕਾਰ ਦੀ ਉਹ ਜਿਹੜੀ ਕ੍ਰੈਡਿਟ ਲਿਮਿਟ ਹੈ ਉਹਦਾ ਤਾਂ ਭਲਾ ਹੋ ਜਾਊਗਾ, ਪਰ ਸਾਰੇ ਮੁਲਕ ਦੇ ਕਿਸਾਨਾਂ ਦਾ ਭਲਾ ਕਿੱਦਾਂ ਹੋਊਗਾ। ਦੂਸਰੀ ਗੱਲ ਇਹ ਵੀ ਆ ਕਿ ਜਿੱਥੇ ਵੀ ਕਿਤੇ ਇਹ ਖਰੀਦੀ ਜਾਂਦੀ ਹੈ ਸਸਤੀ, ਤੇ ਉੱਥੇ ਕੀ ਵੇਚੀ ਵੀ ਸਸਤੀ ਜਾਂਦੀ ਹੈ। ਇਹ ਤਾਂ ਪੜਤਾਲ ਕਰਨ ਤੇ ਪਤਾ ਲੱਗੇਗਾ। ਵੈਸੇ ਤੇ ਇਸ ਵੇਲੇ DAP ਦਾ ਮੁੱਦਾ ਜਿਹੜਾ ਹੈ ਉਹ ਕਿਉਂ ਵੱਡਾ ਮੁੱਦਾ ਬਣ ਰਿਹਾ?
ਇਹ ਤਾਂ ਇਹ ਮੁੱਦਾ ਮਜ਼ਾਕ ਦਾ ਬਣਿਆ ਹੋਇਆ ਜੀ, ਇਹ ਵੱਡਾ ਮੁੱਦਾ ਨਹੀਂ ਹੈਗਾ। ਅਪ੍ਰੈਲ ਫੂਲ ਵਾਲੇ ਦਿਨ ਹੀ ਅਸੀਂ ਇਹ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਖਬਰਾਂ ਆਈਆਂ ਸੀਗੀਆਂ ਕਿ ਵਿਆਜ ਦਰਾਂ ਘਟਾਤੀਆਂ ਤੇ ਤਨਖਾਹ ਦੇ ਵਿੱਚ ਤੁਹਾਡੀ ਸੇਵਿੰਗ ਵਧਾਤੀ। ਤੁਸੀਂ ਉਸ ਦਿਨ ਮੈਨੂੰ ਪੁੱਛਿਆ ਸੀ ਕਿ ਤਨਖਾਹ ਵਧਾਏ ਬਿਨਾਂ ਸੇਵਿੰਗ ਕਿੱਦਾਂ ਵੱਧ ਜਾਂਦੀ ਆ। ਤੇ ਕੱਲ ਹੀ ਇੱਕ ਖਬਰ ਆਈ ਸੀ ਕਿ ਜਿਹੜੀਆਂ ਤੁਹਾਡੀਆਂ ਖਾਦਾਂ ਨੇ ਜਿਹੜੀਆਂ ਅਸੀਂ ਖੇਤਾਂ 'ਚ ਵਰਤਦੇ ਹਾਂ ਉਹਨਾਂ ਸਾਰਿਆਂ ਦੀਆਂ ਕੀਮਤਾਂ ਦੇ ਵਿੱਚ ਵੱਡਾ ਵਾਧਾ ਕਰ ਦਿੱਤਾ ਗਿਆ। DAP ਜਿਹਨੂੰ ਅਸੀਂ ਅਕਸਰ ਡਾਇਆ ਕਹਿੰਦੇ ਹਾਂ, ਡਾਈ ਅਮੀਨੀਅਮ ਫਾਸਫੇਟ, ਜਿਹੜੀ ਇੱਕ ਖਾਦ ਹੈ ਜਿਹੜੀ ਅਸੀਂ ਅਕਸਰ ਫਸਲ ਜਦੋਂ ਬੀਜਦੇ ਹਾਂ ਨਵੀਂ ਉਦੋਂ ਪਾਉਂਦੇ ਹਾਂ। ਹੋਰ ਵੀ ਬਹੁਤ ਸਾਰੀਆਂ ਖਾਦਾਂ ਜਿਨ੍ਹਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧਾ ਦਿੱਤੀਆਂ ਗਈਆਂ ਸੀ। ਡਾਈ ਦੀ ਕੀਮਤ ਵਿੱਚ ਹੀ 1200 ਰੁਪਏ ਪਰ ਬੈਗ ਤੋਂ ਵਧਾ ਕੇ 1900 ਰੁਪਏ ਪਰ ਬੈਗ ਕਰਨ ਦੀ ਗੱਲ ਸੀ। ਤੇ ਫਿਰ ਦੂਜੇ ਦਿਨ ਹੀ ਹੁਣ ਖਬਰ ਇਹ ਆਈ ਹੈ ਕਿ ਉਹ ਜਿਹੜੀ ਵਾਧਾ ਸੀਗਾ ਉਹ ਗਲਤੀ ਨਾਲ ਕੀਤਾ ਗਿਆ ਸੀ। ਲੱਗਦਾ ਸਰਕਾਰ ਦਾ ਹਲੇ ਅਪ੍ਰੈਲ ਫੂਲ ਸਾਰਾ ਅਪ੍ਰੈਲ ਚੱਲੂਗਾ। ਨਹੀਂ, ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਦਾਂ ਵੀ ਕਰ ਦੇਣਾ ਚਾਹੀਦਾ, ਜਿਹੜੇ ਖੇਤੀ ਕਾਨੂੰਨ ਬਣਾਏ ਸੀ ਨਾ ਉਹ ਵੀ ਅਪ੍ਰੈਲ ਫੂਲ ਕਹਿ ਕੇ ਇਦਾਂ ਹੀ ਮਾਫ ਕਰ ਮਤਲਬ ਬਦਲ ਦੇਣੇ ਚਾਹੀਦੇ। ਉਹ ਅਪ੍ਰੈਲ 'ਚ ਨਹੀਂ ਨਾ ਬਣਾਏ, ਉਹ ਜੂਨ 'ਚ ਬਣਾਏ ਸੀ। ਉਹ ਤੇ ਜੱਟਾਂ ਦੀ ਜੂਨ ਖਰਾਬ ਕਰਨ ਲਈ ਬਣਾਏ ਸੀ। ਪਰ ਗੱਲ ਇਹ ਹੈ ਪਰਮਿੰਦਰ ਜੀ ਕਿ ਤੁਸੀਂ ਅੱਜ ਇੱਕ ਕਾਨੂੰਨ ਪਾਸ ਕਰਦੇ ਹੋ, ਅਖਬਾਰ 'ਚ ਖਬਰ ਲੱਗਦੀ ਹੈ ਤੇ ਖਬਰ ਛੋਟੀ ਮੋਟੀ ਨਹੀਂ ਆ, ਕਿਸੇ ਮੇਰੇ ਤੁਹਾਡੇ ਵਰਗੇ ਦੀ ਕਹੀ ਹੋਈ ਗੱਲ ਨਹੀਂ ਹੈ। ਮਿਨਿਸਟਰੀ ਉਹ ਬਿਆਨ ਦਿੰਦੀ ਆ, ਮਿਨਿਸਟਰੀ ਦੇ ਵਿੱਚ ਉਹ ਪਹਿਲਾਂ ਗੱਲ ਹੁੰਦੀ ਆ, ਐਵੇਂ ਨਹੀਂ ਹੈਗਾ। ਭਾਵੇਂ ਡਾਕਟਰ ਨਿਰਮਲ ਸੀਤਾਰਮਨ ਨੇ ਉਸ ਦਿਨ ਕਹਿ ਦਿੱਤਾ ਗਿਆ ਸੀ ਫਾਈਨਾਂਸ ਮਿਨਿਸਟਰ ਵੱਲੋਂ ਕਿ ਇਹ ਗਲਤੀ ਨਾਲ ਜਿਹੜਾ ਚਲਾ ਗਿਆ ਸੀ, ਪਰ ਉੱਥੇ ਕੁਝ ਵੀ ਇਦਾਂ ਗਲਤੀ ਨਾਲ ਨਹੀਂ ਹੁੰਦਾ। ਜੇ ਤੁਸੀਂ ਮਿਨਿਸਟਰੀ ਦੀ ਕਾਰਜਕਾਰੀ ਦੇਖਦੇ ਆ ਤੇ ਪ੍ਰੋਪਰ IAS ਆਫੀਸਰਸ ਨੇ ਜਿਹੜੇ ਇਹਨਾਂ ਸਾਰੀ ਚੀਜ਼ਾਂ ਨੂੰ ਛਾਣਦੇ ਨੇ, ਬਿਣਦੇ ਨੇ, ਫਿਰ ਉਹ ਇੱਕ ਰਿਪੋਰਟ ਤਿਆਰ ਹੁੰਦੀ ਆ, ਫਿਰ ਉਹਦੇ ਤੇ ਮਿਨਿਸਟਰੀ ਦੀ ਮੋਹਰ ਲੱਗਦੀ ਆ ਤੇ ਕਿਤੇ ਨਾ ਕਿਤੇ PMO ਤੋਂ ਵੀ ਪੁੱਛਿਆ ਜਾਂਦਾ ਕਿ ਅਸੀਂ ਆਹ ਕੁਝ ਕਰਨ ਲੱਗੇ ਹਾਂ। ਵੱਡੇ ਫੈਸਲੇ ਨੇ 50% ਤੱਕ ਤੁਸੀਂ ਖੇਤੀ ਦੀ ਕਿਸੇ ਵਰਤੋਂ ਵਾਲੀ ਚੀਜ਼ ਦੀ ਕੀਮਤ ਵਧਾਉਣੀ ਆ ਤੇ ਉਹ ਮਜ਼ਾਕ ਨਹੀਂ ਹੈ। ਪਰ ਮੈਨੂੰ ਇਦਾਂ ਲੱਗਦਾ ਕਿ ਕਿਤੇ ਅਕਸਰ ਇਹ ਜਿਹੜੀ ਸਰਕਾਰ ਆ ਜਾਂ ਸਰਕਾਰੀ ਤੰਤਰ ਆ, ਇਹ ਕਿਸਾਨਾਂ ਦਾ ਤੇ ਬਾਕੀ ਇਹੋ ਜਿਹੀਆਂ ਚੀਜ਼ਾਂ ਜਿੱਥੇ ਇਹਨਾਂ ਨੇ ਟੀਕਾ ਲਾਉਣਾ ਆ, ਇਹ ਟੀਕਾ ਲਾਉਣ ਤੋਂ ਪਹਿਲਾਂ ਉਹਨਾਂ ਦੀ ਰੈਜ਼ਿਸਟੈਂਸ ਚੈੱਕ ਕਰਦੇ ਆ, ਪ੍ਰੈਸ਼ਰ ਚੈੱਕ ਕਰਦੇ ਆ ਕਿ ਤੁਸੀਂ ਇਹਨਾਂ ਨੂੰ ਝੱਲ ਪਾਓਗੇ ਕਿ ਨਹੀਂ ਝੱਲ ਪਾਓਗੇ। ਤੁਹਾਨੂੰ ਯਾਦ ਹੋਣਾ ਕਾਂਗਰਸ ਟਾਈਮ ਦੇ ਵਿੱਚ ਅਕਸਰ ਇਦਾਂ ਹੁੰਦਾ ਸੀ, ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਉਹ 5-6 ਰੁਪਏ ਰੇਟ ਵਧਾ ਦਿੰਦੇ ਸੀ, ਜਦੋਂ ਦੂਜੇ ਦਿਨ ਰੌਲਾ ਪੈਂਦਾ ਸੀ 2-2.5 ਰੁਪਏ ਘਟਾ ਦਿੰਦੇ ਸੀ। ਤੇ ਇਹ ਹੁਣ ਇੱਕ ਦਿਨ ਅਨਾਉਂਸਮੈਂਟ ਕਰਕੇ ਦੂਜੇ ਦਿਨ ਵਾਪਸ ਲੈਂਦੇ ਨੇ ਤੇ ਫਿਰ ਕਦੇ ਅਨਾਉਂਸਮੈਂਟ ਕਰ ਦੇਣਗੇ ਤੇ ਉਹਦੇ 'ਚ ਥੋੜਾ ਜਿਹਾ ਵਾਧਾ ਘੱਟ ਜਾਂ ਵੱਧ ਕਰ ਲੈਣਗੇ। ਸੋ ਇਹ ਲੋਕਾਂ ਨੂੰ ਜਿਹੜਾ ਚੈੱਕ ਕਰਨ ਦਾ ਸਿਸਟਮ ਆ, ਇਹ ਕੋਈ ਭੁੱਲ ਨਹੀਂ ਹੈਗੀ ਕਿ DAP ਦੀ ਕੀਮਤ ਵਧਾਤੀ ਤੇ ਦੂਜੇ ਦਿਨ ਕਹਿਤਾ ਕਿ ਵਾਪਸ ਲੈ ਲਈ। ਜੀ ਸ਼ਰਮਾ ਜੀ, ਇਸ ਪ੍ਰੋਗਰਾਮ 'ਚ ਅਗਲੇ ਮੁੱਦੇ ਤੇ ਵਿਚਾਰ ਕਰਾਂਗੇ ਤੁਹਾਡੇ ਨਾਲ, ਪਰ ਇਸ ਵੇਲੇ ਬ੍ਰੇਕ ਲੈਣੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਅੰਮ੍ਰਿਤਪਾਲ ਜੀ, ਮੁੱਦਾ ਇੱਕੋ ਜਿਹੜਾ ਇਸ ਵੇਲੇ ਚੱਲ ਰਿਹਾ ਸਾਰੇ ਪਾਸੇ, ਜਿਹਦਾ ਇੰਤਜ਼ਾਰ ਸੀ ਕਿ ਕਿਸੇ ਦੀ ਚੋਣ ਦਾ ਹਥਿਆਰ ਬਣ ਸਕਦਾ ਹੈ, ਬੇਅਦਬੀ ਤੇ ਗੋਲੀ ਕਾਂਡ, ਇਹਨਾਂ ਮੁੱਦਿਆਂ ਤੇ ਜਾਂਚ ਕੀਤੀ ਗਈ। ਜਾਂਚ ਦਾ ਸਿਆਸੀ ਫਾਇਦਾ ਕਿਹਨੂੰ ਤੇ ਨੁਕਸਾਨ ਕਿਹਨੂੰ? ਜਾਂਚ ਦਾ ਸਿਆਸੀਕਰਨ ਕੀਤਾ ਗਿਆ। ਅਸੀਂ ਇਹ ਗੱਲ ਬਹੁਤ ਪੱਕੀ ਠੋਕ ਵਜਾਈ ਹੋਈ ਆ ਕਿ ਇੱਥੇ ਮੁੱਦਾ ਕੁਝ ਵੀ ਹੋਵੇ, ਚਾਹੇ ਕਰੋਨਾ ਫੈਲ ਜਾਏ, ਚਾਹੇ ਕੋਈ ਐਕਸੀਡੈਂਟ ਹੋ ਜਾਏ, ਚਾਹੇ ਕੋਈ ਧਾਰਮਿਕ ਕਹਾਣੀ ਹੋਵੇ, ਚਾਹੇ ਕਿਤੇ ਗੋਲੀ ਕਾਂਡ ਹੋ ਜਾਏ, ਕੋਈ ਇੱਕ ਫੈਮਿਲੀ ਦੂਜੀ ਫੈਮਿਲੀ ਨੂੰ ਲੜਾਈ ਝਗੜੇ ਦੇ ਵਿੱਚ ਵੀ ਕਿਤੇ 2 ਬੰਦੇ ਮਾਰ ਦੇਣ ਤੇ ਅਖਬਾਰ 'ਚ ਖਬਰ ਇਹ ਲੱਗਦੀ ਆ ਕਿ ਅਕਾਲੀ ਸਰਪੰਚ ਦਾ ਕਤਲ ਹੋ ਗਿਆ ਜਾਂ ਕਾਂਗਰਸੀ ਸਰਪੰਚ ਕੋਲੋਂ ਫੀਮ ਜਾਂ ਸ਼ਰਾਬ ਫੜੀ ਗਈ। ਫੋਰ ਐਗਜ਼ਾਮਪਲ, ਇੱਥੇ ਕੁਝ ਵੀ ਗੱਲ ਹੋਵੇ, ਤੁਹਾਡੇ ਨਾਲ ਤੁਹਾਡੀ ਜਿਹੜੀ ਰਾਜਨੀਤਿਕ ਪਛਾਣ ਆ ਉਹ ਸਭ ਤੋਂ ਮੋਹਰੇ ਪ੍ਰਖਰ ਹੋ ਕੇ ਸਾਹਮਣੇ ਆਉਂਦੀ ਹੈ। ਸਭ ਤੋਂ ਮੋਹਰੇ ਗੱਲ ਉਹ ਹੁੰਦੀ ਆ। ਤੇ ਇਸ ਗੱਲ ਲਈ ਫਿਰ ਸਾਨੂੰ ਉਹ ਦਾਨੇਸ਼ਵਰ ਦੀ ਗੱਲ ਯਾਦ ਆਉਂਦੀ ਆ ਕਿ ਤੁਸੀਂ ਰਾਜਨੀਤੀ ਦੇ ਵਿੱਚ ਹਿੱਸਾ ਲਓ ਚਾਹੇ ਨਾ ਲਓ, ਰਾਜਨੀਤੀ ਤੁਹਾਡੇ 'ਚ ਹਿੱਸਾ ਜ਼ਰੂਰ ਲੈਂਦੀ ਹੈ। ਤੇ ਜੇ ਅਸੀਂ ਇਸ ਅੱਜ ਦੇ ਮੁੱਦੇ ਦੀ ਜਿਹੜੀ ਤੁਸੀਂ ਗੱਲ ਕੀਤੀ ਆ, ਕੋਟਕਪੂਰਾ ਤੇ ਬਹਿਬਲ ਕਲਾਂ ਜਿਹਦੀ ਅਸੀਂ ਗੱਲ ਕਰਦੇ ਹਾਂ, ਅਕਤੂਬਰ 2015 ਦੀਆਂ ਘਟਨਾਵਾਂ ਨੇ, 6 ਸਾਲ ਪੁਰਾਣੀਆਂ ਗੱਲਾਂ ਹੋ ਗਈਆਂ। ਇਹ ਉਹ ਘਟਨਾ ਨੇ ਜਿਹੜੀਆਂ ਪਿਛਲੀ ਸਰਕਾਰ ਨੂੰ ਲੈ ਕੇ ਬਹਿ ਗਈਆਂ ਸੀ। ਬੇਸ਼ੱਕ ਉਸ ਤੋਂ ਪਹਿਲਾਂ ਉਹਨਾਂ ਤੇ ਟਰਾਂਸਪੋਰਟ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ ਤੇ ਜਿਹੜਾ ਲੈਂਡ ਮਾਫੀਆ, ਉਹਦੇ ਤੇ ਦੋਸ਼ ਵੀ ਲੱਗਦੇ ਸੀ ਪਿਛਲੀ ਸਰਕਾਰ ਤੇ ਕਿ ਉਹਨਾਂ ਨੇ ਰੇਤ ਮਾਈਨਿੰਗ ਲਈ ਆਪਣੀਆਂ ਜਿਹੜੀਆਂ ਵੱਡੀਆਂ ਪਾਰਟੀਆਂ ਸੀਗੀਆਂ ਜਾਂ ਆਪਣੇ ਲੀਡਰ ਸੀ ਉਹਨਾਂ ਦਾ ਸਮਰਥਨ ਕੀਤਾ ਤੇ ਪੰਜਾਬ ਦੀ ਜਿਹੜੀ ਰੇਤ ਆ ਉਹ ਵੇਚ ਕੇ ਖਾਧੀ। ਬਹੁਤ ਪ੍ਰਦਰਸ਼ਨ ਕੀਤਾ ਕਾਂਗਰਸ ਨੇ, ਲਿਫਾਫਿਆਂ 'ਚ ਵੀ ਰੇਤਾ ਪਾ ਕੇ ਦਿਖਾਈ। ਤੇ ਇਸੇ ਤਰ੍ਹਾਂ ਹੀ ਕੇਬਲ TV ਦਾ ਸੀਗਾ ਕਿ ਉਹਨਾਂ ਦੇ ਜਿਹੜੇ ਆਪਣੇ ਚੈਨਲ ਸੀ ਜਾਂ ਉਹਨਾਂ ਦਾ ਆਪਣਾ ਨੈਟਵਰਕ ਸੀਗਾ ਇੱਥੇ, ਤੇ ਉਹਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਪ੍ਰਚਾਰ ਪ੍ਰਸਾਰ ਸੀ ਉਹ ਬਹੁਤ ਗਲਤ ਤਰੀਕੇ ਨਾਲ ਕੀਤਾ। ਟਰਾਂਸਪੋਰਟ ਮਾਫੀਆ ਦੀ ਗੱਲ ਹੁੰਦੀ ਸੀ ਕਿ ਉਹਨਾਂ ਨੇ ਛੋਟੀਆਂ-ਛੋਟੀਆਂ ਟਰਾਂਸਪੋਰਟਾਂ ਬਹੁਤ ਖਰੀਦੀਆਂ ਤੇ ਮੁੱਖ ਮੰਤਰੀ ਦੀ ਫੈਮਿਲੀ ਜਿਹੜੀ ਸੀ ਉਹ ਦਿਨਾਂ ਦੇ ਵਿੱਚ ਹੀ 100 ਤੋਂ 1000 ਬੱਸਾਂ ਦੀ ਮਾਲਕ ਬਣੀ। ਪਰ ਇਹ ਇੱਕ ਇਹੋ ਜਿਹੀ ਘਟਨਾ ਸੀ ਜਿਹਨੇ ਉਸ ਸਰਕਾਰ ਦੀਆਂ ਵਾਕਿਆ ਹੀ ਅਸਲੀਅਤ 'ਚ ਜੜ੍ਹਾਂ ਪੱਟ ਦਿੱਤੀਆਂ। ਘਟਨਾ ਸੀ ਇੱਕ ਹਰਿਆਣੇ ਦੇ ਵਿੱਚ ਇੱਕ ਬਾਬਾ ਸੀ ਜਿਹਨੂੰ ਆਪਾਂ ਸਿਰਸੇ ਵਾਲੇ ਦੀ ਗੱਲ ਕਰਦੇ ਹਾਂ, ਰਾਮ ਰਹੀਮ। ਉਹਦੇ ਤੇ ਬਹੁਤ ਸਾਰੇ ਦੋਸ਼ ਸੀ ਕਿ ਉਹ ਸਿੱਖੀ ਦੇ ਖਿਲਾਫ ਗੱਲਾਂ ਕਰਦਾ ਸੀ। ਉਹਨੇ ਇੱਕ ਗੁਰੂ ਸਾਹਿਬ ਦਾ ਵਰਗਾ ਪਹਿਰਾਵਾ ਪਾ ਕੇ ਉਹਨੇ ਉਹਨਾਂ ਵਰਗੇ ਹੀ ਕੰਮ ਕਰਨ ਦੀ ਗੱਲ ਕੀਤੀ ਸੀ। ਉਹਦਾ ਬਹੁਤ ਵਿਰੋਧ ਹੋਇਆ
ਤੇ ਉਸ ਵਿਰੋਧ ਦੇ ਚਲਦਿਆਂ ਲੋਕਾਂ ਦੇ ਵਿੱਚ ਉਹਦੇ ਲਈ ਬਹੁਤ ਖਿਲਾਫਤ ਹੋਈ। ਉਹ ਸਾਰੇ ਮਸਲੇ ਨੂੰ ਦੇਖਦਿਆਂ ਜਿਹੜੀ ਮੌਜੂਦਾ ਸਰਕਾਰ ਸੀ ਉਹਨੂੰ ਲੱਗਦਾ ਸੀਗਾ ਕਿ ਕਿਉਂਕਿ ਉਸ ਬਾਬੇ ਦੇ ਅਨੁਯਾਈ ਬਹੁਤ ਸੀ। ਤੇ ਪਰਮਿੰਦਰ ਜੀ, ਇਸ ਘਟਨਾ ਤੋਂ ਜੇ ਆਪਾਂ ਪਿੱਛੇ ਚਲੇ ਜਾਈਏ ਤੇ ਜਦੋਂ ਵੀ ਚੋਣਾਂ ਹੁੰਦੀਆਂ ਸੀ ਜਾਂ ਉਸ ਬਾਬੇ ਦੇ ਘਰ ਕਦੇ ਉਸ ਬਾਬੇ ਦੇ ਡੇਰੇ 'ਚ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਕਹਿੰਦੇ ਕਹਾਉਂਦੇ ਲੀਡਰ ਜੀ ਉੱਥੇ ਮੋਰਲੀ ਕਤਾਰ 'ਚ ਬੈਠ ਕੇ ਨੀਚੇ ਥੱਲੇ ਬੈਠ ਕੇ ਕੁਰਸੀਆਂ ਤੇ ਬੈਠ ਕੇ ਉਸ ਬਾਬੇ ਨੂੰ ਦੇਖਦੇ ਸੀ, ਉਹਦੀ ਜੈ ਜੈਕਾਰ ਵੀ ਕਰਦੇ ਸੀ, ਨਾਲ ਆਸ਼ੀਰਵਾਦ ਵੀ ਲੈਂਦੇ ਸੀ। ਉਹ ਆਸ਼ੀਰਵਾਦ ਉਹ ਕੀ ਦਿੰਦਾ ਸੀ ਕੀ ਨਹੀਂ ਦਿੰਦਾ ਸੀ ਇਹ ਤਾਂ ਉਹਨਾਂ ਨੂੰ ਪਤਾ ਹੋਣਾ, ਪਰ ਇਹ ਅਕਸਰ ਗੱਲ ਕਹੀ ਜਾਂਦੀ ਸੀ ਕਿ ਜਿਹਨੂੰ ਉਹ ਕਹਿ ਦਿੰਦਾ ਆ ਉਹਦੇ ਭਗਤ ਉਹਨੂੰ ਵੋਟਾਂ ਪਾ ਦਿੰਦੇ ਆ ਤੇ ਉਹ ਫਿਰ ਜਿਹੜੇ ਆ ਮਾਲਵੇ ਦੇ ਵਿੱਚ ਉਹਨਾਂ ਦੀ ਜਿਹੜੀ ਆ ਜੈ ਜੈਕਾਰ ਹੋ ਜਾਂਦੀ ਆ ਤੇ ਬਹੁਤ ਸਾਰੇ ਲੋਕ ਉੱਥੇ ਜਿੱਤ ਜਾਂਦੇ ਸੀ ਜਿਨ੍ਹਾਂ ਦੇ ਬਾਬਾ ਸਮਰਥਨ ਕਰਦਾ ਸੀ। ਤੇ ਬਾਬੇ ਦੀ ਜਿਹੜੀ ਇਹ ਚੜ੍ਹਾਈ ਆ ਇਹ ਪੰਜਾਬ 'ਚ ਨਹੀਂ ਹਰਿਆਣੇ 'ਚ ਵੀ ਹੋਣੀ ਸੀ, ਅਸੀਂ ਯੂਪੀ ਦੀਆਂ ਕੁਝ ਸੀਟਾਂ 'ਚ ਵੀ ਦੇਖੀ ਆ ਜੀ। ਫਿਰ ਜਦੋਂ ਉਸ ਬਾਬੇ ਨੂੰ ਮੌਜੂਦਾ ਸਰਕਾਰ ਨੇ ਮਾਫੀ ਦੇ ਦਿੱਤੀ ਉਸ ਸਵਾਂਗ ਵਾਲੀ ਘਟਨਾ ਨੂੰ ਲੈ ਕੇ ਤੇ ਜਿਹੜੇ ਲੋਕ ਸੀ ਧਰਮ ਨਾਲ ਜੁੜੇ ਹੋਏ, ਖਾਸ ਤੌਰ ਤੇ ਸਿੱਖ ਧਰਮ ਨਾਲ ਜੁੜੇ ਹੋਏ ਲੋਕ, ਉਹਨਾਂ ਨੇ ਉਹਦਾ ਬਹੁਤ ਵਿਰੋਧ ਕੀਤਾ। ਉਸੇ ਹੀ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਕੋਟਕਪੂਰੇ ਜਿਹੜੀ ਗੋਲੀ ਚੱਲੀ ਤੇ ਕੁਝ ਮੌਤਾਂ ਵੀ ਹੋਈਆਂ ਜੀ। ਤੇ ਉਸ ਤੋਂ ਬਾਅਦ ਇਹ ਸਰਕਾਰ ਬਦਲ ਗਈ। ਕੈਪਟਨ ਸਾਹਿਬ ਨੇ ਇੱਕ ਸਪੈਸ਼ਲ ਕੀਤਾ ਵਿਧਾਨ ਸਭਾ ਦਾ ਸੈਸ਼ਨ, ਉੱਥੇ ਇਹਨਾਂ ਨੇ ਕਿਹਾ ਕਿ ਅਸੀਂ ਇਹ ਜਿਹੜੀ ਜਾਂਚ ਕਮੇਟੀ ਬਣਾਈ ਆ ਉਹ ਜਾਂਚ ਕਰੂਗੀ ਤੇ ਇਹਨਾਂ ਦੋਸ਼ੀਆਂ ਨੂੰ ਅਸੀਂ ਸਖਤ ਤੋਂ ਸਖਤ ਸਜ਼ਾਵਾਂ ਦੇਵਾਂਗੇ, ਕਿਸੇ ਨੂੰ ਨਹੀਂ ਬਖਸ਼ਾਂਗੇ। ਤੇ ਲੋਕ ਜਿਹੜੇ ਆ ਉਹ ਇਸ ਉਡੀਕ 'ਚ ਸੀ ਕਿ ਇਹ ਜਿਹੜੀ ਜਾਂਚ ਆ ਉਹ ਕਦੋਂ ਖਤਮ ਹੁੰਦੀ ਆ ਤੇ ਕੀ ਉਹਦੇ 'ਚੋਂ ਸਾਹਮਣੇ ਆਉਂਦਾ। ਤੇ ਜਿੱਦਾਂ ਅਸੀਂ ਬੀਤੇ ਦਿਨ ਹੀ ਦੇਖਿਆ ਸੀਗਾ ਕਿ ਇਲੈਕਸ਼ਨ ਦੇ ਵਿੱਚ ਸਮਾਂ ਸਾਲ ਤੋਂ ਘਟ ਗਿਆ ਸੀ ਤੇ ਜਾਂਚ ਜਿਹੜੀ ਸੀ ਉਹ ਪੂਰੀ ਹੋ ਗਈ, ਉਹ ਜਾਂਚ ਕਮੇਟੀ ਨੇ ਹਾਈ ਕੋਰਟ ਨੂੰ ਦੇ ਦਿੱਤੀ। ਤੇ ਉਸੇ ਹੀ ਕੋਟਕਪੂਰੇ ਜਿੱਥੇ ਇਹ ਘਟਨਾ ਵਾਪਰਦੀ ਹੈ ਉੱਥੇ ਗੁਰਦੀਪ ਪੰਧੇਰ ਮੌਕੇ ਦਾ ਜਿਹੜਾ SHO ਸੀ ਉਹਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਹੋਈ ਸੀ ਕਿ ਇਹ ਜਿਹੜੀ ਜਾਂਚ ਆ ਇਹ ਸਿਆਸਤ ਤੋਂ ਪ੍ਰੇਰੀ ਹੋਈ ਹੈ ਜੀ। ਤੇ ਉਹਨੇ ਕੁੰਵਰ ਵਿਜੇ ਪ੍ਰਤਾਪ ਜਿਹੜੇ ਇਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹਨੂੰ ਅਸੀਂ ਸਿੱਟ ਕਹਿੰਦੇ ਹੁਣ ਉਹਦੇ ਮੁਖੀ ਸੀ, ਉਹਨਾਂ ਦੇ ਖਿਲਾਫ ਰੱਖੀ ਹੋਈ ਸੀ ਇਹ ਜਾਂਚ ਹਾਈ ਕੋਰਟ ਨੂੰ। ਤੇ ਹਾਈ ਕੋਰਟ ਦੇ ਵਿੱਚ ਰਾਜਵੀਰ ਸਹਿਰਾਵਤ ਜਸਟਿਸ ਨੇ ਉਹਨਾਂ ਨੇ ਇਸ ਜਾਂਚ ਦੀ ਜਿਹੜੀ ਸਾਰੀ ਰਿਪੋਰਟ ਆ ਉਹਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਤੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਆ ਕਿ ਇਹ ਜਿਹੜੀ ਜਾਂਚ ਆ ਉਹ ਦੁਬਾਰਾ ਕਰਵਾਈ ਜਾਵੇ ਜੀ। ਗੱਲ ਇਹ ਹੈ ਕਿ ਅਸੀਂ ਮਾਣਯੋਗ ਹਾਈ ਕੋਰਟ ਤੇ ਤਾਂ ਕੋਈ ਟਿੱਪਣੀ ਨਹੀਂ ਕਰਦੇ ਜੀ ਕਿ ਕੋਰਟ ਆਫ ਜਸਟਿਸ ਆ, ਉਹਨਾਂ ਨੇ ਜੋ ਕਿਹਾ ਜੱਜ ਸਾਹਿਬ ਨੇ ਉਹਨਾਂ ਸਾਰੇ ਦੋਸ਼ਾਂ ਨੂੰ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਦੇਖਣ ਤੋਂ ਬਾਅਦ ਹੀ ਕਿਹਾ ਹੋਊਗਾ ਜੀ। ਪਰ ਫਿਰ ਇਸ ਮਸਲੇ ਦੇ ਵਿੱਚ ਹੋ ਕੀ ਰਿਹਾ ਜੀ? ਕਾਂਗਰਸ ਬਿਲਕੁਲ ਚੋਣਾਂ ਤੋਂ 6 ਮਹੀਨੇ ਜਾਂ 7 ਮਹੀਨੇ ਪਹਿਲਾਂ ਇਸ ਰਿਪੋਰਟ ਨੂੰ ਸਾਹਮਣੇ ਲੈ ਕੇ ਆਈ। ਕੀ ਇਹ ਰਿਪੋਰਟ ਵਾਕਿਆ ਹੀ ਹੁਣੇ ਆਉਣੀ ਸੀ ਜੀ? 6 ਸਾਲ ਪੁਰਾਣਾ ਮਸਲਾ, ਲੋਕਾਂ ਦੇ ਵਿੱਚ ਵਿਦਰੋਹ ਸੀ, ਰੋਸ ਸੀ ਕਿ ਇਹ ਜਿਹੜਾ ਉਹਨਾਂ ਦੇ ਧਾਰਮਿਕ ਭਾਵਨਾਵਾਂ ਦੇ ਨਾਲ ਖੇਲ ਹੋਇਆ ਜੀ, ਉਹਨਾਂ ਦਾ ਮਜ਼ਾਕ ਉਡਾਇਆ ਗਿਆ, ਉੱਥੇ ਲੋਕ ਵੀ ਮਰੇ ਜੀ। ਤੇ ਮੈਂ ਇਹ ਗੱਲ ਕਰ ਚੁੱਕਾ ਕਿ ਇਹ ਇੱਕ ਸ਼ਾਇਦ ਆਪਣੀ ਤਰ੍ਹਾਂ ਦੀ ਇੱਕ ਪਹਿਲੀ FIR ਦਰਜ ਹੋਈ ਸੀ ਜਿੱਥੇ ਕਿਹਾ ਸੀ ਕਿ ਅਣਪਛਾਤੀ ਪੁਲਿਸ ਨੇ ਗੋਲੀਆਂ ਚਲਾਈਆਂ। ਜਦੋਂ ਇੰਨਾ ਕੁਝ ਹੋ ਗਿਆ ਉਸ ਦੇ ਬਾਵਜੂਦ ਵੀ ਕੀ ਇਹ ਰਿਪੋਰਟ ਸਿਰਫ ਔਰ ਸਿਰਫ ਚੋਣਾਂ ਦੇ ਟਾਈਮ ਤੇ ਆਉਣੀ ਚਾਹੀਦੀ ਸੀ? ਹੁਣ ਗੱਲ ਅਗਲੀ ਜਿਹੜੀ ਗੱਲ ਆ ਉਹ ਜਿਹੜੇ ਲੋਕ ਨੇ ਇਸ ਚੀਜ਼ ਦਾ ਫੈਸਲਾ ਕਰਨਗੇ ਕਿ ਇਸ ਰਿਪੋਰਟ ਦੇ ਖਾਰਜ ਹੋਣ ਨਾਲ ਇੱਕ ਨਵੀਂ ਕਮੇਟੀ ਬਣੇਗੀ, ਉਹ ਨਵੀਂ ਕਮੇਟੀ ਜਾਂਚ ਕਰੇਗੀ, ਨਵੀਂ ਕਮੇਟੀ ਜਾਂਚ ਕਰਕੇ ਉਹ ਰਿਪੋਰਟ ਕਦੋਂ ਦੇਵੇਗੀ। ਤੇ ਪੰਜਾਬ ਦੇ ਬਹੁਤ ਸੀਨੀਅਰ ਪੱਤਰਕਾਰ ਇਸ ਮਾਮਲੇ 'ਚ ਇਹ ਗੱਲ ਕਹਿੰਦੇ ਨੇ ਕਿ ਜਦੋਂ ਕਿਸੇ ਗੁਨਾਹ ਨੂੰ ਲੁਕਾਉਣਾ ਹੋਵੇ, ਜਦੋਂ ਕਿਸੇ ਗੱਲ ਤੇ ਮਿੱਟੀ ਪਾਉਣੀ ਹੋਵੇ ਤੇ ਉੱਤੇ ਫਿਰ ਕਮੇਟੀ ਬਣਾਈ ਜਾਂਦੀ ਹੈ ਕਿ ਜਿਹੜੀ ਕਮੇਟੀ ਦਾ ਮਤਲਬ ਹੀ ਆ ਕਿ ਉਸ ਕੰਮ ਤੇ ਮਿੱਟੀ ਪਾਤੀ, ਉਸ ਕੰਮ ਨੂੰ ਘੱਟੇ 'ਚ ਪਾਤਾ। ਉਹ ਜਿਹੜੀ ਉਹ ਸਾਰੀ ਰਿਪੋਰਟ ਆ ਉਹਦੇ 10-20 ਹਜ਼ਾਰ ਪੰਨੇ ਲਿਖੇ ਹੋਣੇ ਆ, ਉਹਨੂੰ ਕਿਸੇ ਮੈਲੀ ਜੀ ਚਾਦਰ 'ਚ ਬੰਨ੍ਹ ਕੇ ਤਾਂ ਕਿਸੇ ਥਾਣੇ ਦੇ ਪਿਛਲੇ ਪਾਸੇ ਸੁੱਟ ਦਿਓ, ਪਈ ਰਵੇ ਉਹ। ਜਦ ਤੱਕ ਨਵੀਂ ਚਾਦਰ ਆਊਗੀ, ਨਵੀਂ ਰਿਪੋਰਟ ਆਊਗੀ, ਨਵੀਆਂ ਕਹਾਣੀਆਂ ਲਿਖੀਆਂ ਜਾਣਗੀਆਂ, ਤਦ ਤੱਕ ਕੀ ਬਣੂਗਾ। ਹੁਣ ਇਹ ਗੱਲ ਜਿਹੜੀ ਆਉਣ ਵਾਲੇ ਦਿਨਾਂ 'ਚ ਵਾਚੀ ਜਾਊਗੀ, ਐਨਾਲਿਸਿਸ ਇਹਦਾ ਹੋਊਗਾ ਕਿ ਇਸ ਰਿਪੋਰਟ ਦੇ ਖਾਰਜ ਹੋਣ ਨਾਲ ਫਾਇਦਾ ਕਿਹੜੀ ਸਿਆਸੀ ਧਿਰ ਨੂੰ ਹੁੰਦਾ। ਸਿਆਸੀ ਧਿਰ ਦਾ ਕਿਸੇ ਨਾ ਕਿਸੇ ਦਾ ਫਾਇਦਾ ਹੋਣਾ ਲਾਜ਼ਮੀ ਆ ਤੇ ਕਿਸੇ ਨਾ ਕਿਸੇ ਦਾ ਨੁਕਸਾਨ ਹੋਣਾ ਵੀ ਲਾਜ਼ਮੀ ਆ, ਪਰ ਜਿਹੜਾ ਸਪਸ਼ਟ ਤੌਰ ਤੇ ਨੁਕਸਾਨ ਹੋਣਾ ਆ ਉਹ ਆਮ ਲੋਕਾਂ ਦਾ ਹੋਣਾ। ਉਹਨਾਂ ਲੋਕਾਂ ਨੂੰ ਇਨਸਾਫ ਹਾਲੇ ਵੀ ਨਹੀਂ ਮਿਲਣਾ ਜਿਨ੍ਹਾਂ ਦੀ ਮੌਤ ਹੋ ਗਈ ਸੀ। ਵੋਟਾਂ ਤੁਸੀਂ ਚਾਹੇ ਇਸ ਧਿਰ ਨੂੰ ਪਾ ਲਓ ਚਾਹੇ ਉਸ ਧਿਰ ਨੂੰ ਪਾ ਲਓ, ਤੁਸੀਂ ਇਨਸਾਫ ਦੀ ਉਮੀਦ ਇੱਥੇ ਬੈਠ ਕੇ ਰੱਖੋਗੇ ਤਾਂ ਫਿਰ ਤੁਸੀਂ ਇਹ ਸੋਚੋ ਕਿ ਤੁਸੀਂ ਸਿਆਸਤ ਦੇ ਸਿਰਫ ਮੋਹਰੇ ਹੋ ਜੀ। ਤੇ ਸ਼ਰਮਾ ਜੀ, ਤੁਸੀਂ ਬੜੇ ਸੋਹਣੇ ਤਰੀਕੇ ਨਾਲ ਇਸ ਮੁੱਦੇ ਨੂੰ ਵਿਚਾਰ ਦਿੱਤਾ ਤੇ ਇਸ ਵੇਲੇ ਇੱਕ ਹੋਰ ਮੁੱਦਾ ਹੈ ਜਿਹੜਾ ਧਰਮ ਨਾਲ ਜੁੜਿਆ ਹੋਇਆ। ਧਰਮ ਪਰਿਵਰਤਨ ਦੀ ਉਮਰ ਦੀ ਕੋਈ ਗੱਲ ਹੁੰਦੀ ਪਈ ਹੈ, ਕਿੱਥੇ ਹੋ ਰਹੀ ਹੈ ਇਹ ਗੱਲ? ਤੁਸੀਂ ਕਿਹਾ ਕਿ ਇਸ ਮੁੱਦੇ ਨੂੰ ਮੈਂ ਸੋਹਣੇ ਤਰੀਕੇ ਨਾਲ ਪੇਸ਼ ਕੀਤਾ, ਇਹਨੂੰ ਤੁਸੀਂ ਸੋਹਣਾ ਤਰੀਕਾ ਕਹਿ ਸਕਦੇ ਆ, ਪਰ ਇਹ ਸਾਡੇ ਮੁਲਕ ਦੀ ਤਰਾਸਦੀ ਆ ਕਿ ਅਸੀਂ ਕਿੱਥੇ ਬੈਠੇ। ਸੋਹਣਾ ਮਤਲਬ ਇਹ ਨਹੀਂ ਕਿ ਦੇਖ 'ਚ ਸੋਹਣਾ, ਬਿਲਕੁਲ ਮਤਲਬ ਉਹਨੂੰ ਸਮਝਾਉਣ ਦਾ ਤਰੀਕਾ ਜਿਹੜਾ ਉਹ ਬੜਾ ਲਾਜਵਾਬ। ਪਰ ਆਮ ਲੋਕਾਂ ਕੋਲ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਅਸੀਂ ਅਕਸਰ ਇਹ ਗੱਲ ਕਹਿੰਦੇ ਆ ਜਦੋਂ ਸਾਨੂੰ ਕੋਈ ਮੁਸੀਬਤ ਆਉਂਦੀ ਆ, ਜਦੋਂ ਸਾਡੇ ਤੇ ਕੋਈ
ਧੱਕਾ ਹੁੰਦਾ, ਜੀ। ਸਾਡੇ ਨਾਲ ਕੋਈ ਬੇਇਨਸਾਫੀ ਹੁੰਦੀ ਹੈ ਤੇ ਅਸੀਂ ਕਹਿੰਦੇ ਆ ਕਿ ਅਸੀਂ ਕੋਰਟ ਦੇ ਵਿੱਚ ਤੁਹਾਨੂੰ ਦੇਖ ਲਵਾਂਗੇ। ਜੀ। ਪਰ ਜੇ 5-7 ਸਾਲ ਕੋਰਟ ਦੇ ਵਿੱਚ ਬੈਠਣ ਤੋਂ ਬਾਅਦ ਵੀ ਇੱਕ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਉਹ ਕਮੇਟੀ ਰੱਦ ਹੋ ਜਾਣੀ ਆ, ਜੀ। ਫਿਰ ਇੱਕ ਨਵੀਂ ਕਮੇਟੀ ਬਣਨੀ ਆ। ਤੇ ਫਿਰ ਉਹ ਸੁਰਜੀਤ ਪਾਤਰ ਸਾਹਿਬ ਦਾ ਉਹ ਗੱਲ ਆ ਕਿ ਅਦਾਲਤ 'ਚ ਬੰਦੇ ਬਿਰਖ ਹੋ ਗਏ, ਜੀ। ਫੈਸਲੇ ਸੁਣਦਿਆਂ ਮੁੱਕ ਗਏ। ਉਹ ਕਿਹੋ ਜਿਹੀਆਂ ਗੱਲਾਂ ਨੇ ਫਿਰ ਉਹ ਇਹ ਜਿਹੜੀਆਂ ਇਹੋ ਜਿਹੀਆਂ ਦਰਦਨਾਕ ਲਿਖਤਾਂ ਲਿਖੀਆਂ ਜਾਂਦੀਆਂ ਨੇ, ਉਹ ਸਾਡੇ ਸਮਾਜ ਦੇ ਵਿੱਚ ਜੋ ਹੋ ਰਿਹਾ ਉਹਨੂੰ ਦੇਖ ਕੇ ਹੀ ਉਹ ਗੱਲ ਹੁੰਦੀ ਹੈ। ਜੀ। ਕੁੰਵਰ ਵਿਜੇ ਪ੍ਰਤਾਪ ਜਿਨ੍ਹਾਂ ਦਾ ਨਾਮ ਇਸ ਸਿੱਟ ਤੋਂ ਹਟਾਉਣ ਦੀ ਗੱਲ ਕੀਤੀ ਆ, ਮੈਂ ਜਾਤੀ ਤੌਰ ਤੇ ਤਾਂ ਇਹਨਾਂ ਨੂੰ ਨਹੀਂ ਜਾਣਦਾ ਜਾਂ ਕਿਸੇ ਨੂੰ ਵੀ ਨਹੀਂ ਜਾਣਦਾ, ਪਰ ਉਹ ਇੱਕ ਪੜ੍ਹੇ ਲਿਖੇ ਤੇ ਬਹੁਤ ਸਾਫ਼ ਛਵੀ ਵਾਲੇ ਅਫਸਰ ਮੰਨੇ ਜਾਂਦੇ ਨੇ। ਜੀ। ਹੋ ਸਕਦਾ ਹੈ ਕਿ ਉਹ ਸਿਆਸਤ ਤੋਂ ਪ੍ਰੇਰਿਤ ਹੋਣ, ਤੇ ਇਹ ਵੀ ਹੋ ਸਕਦਾ ਕਿ ਜਿਹੜੀ ਪਾਰਟੀ ਇਸ ਧਿਰ ਦੇ ਇਸ ਰਿਪੋਰਟ ਦੇ ਵਿੱਚ ਨੁਕਸਾਨੀ ਗਈ ਸੀ ਉਹਨੇ ਹੁਣ ਕੋਈ ਨਵੀਂ ਸਿਆਸਤ ਕਰ ਲਈ ਹੋਵੇ। ਪਰ ਆਮ ਲੋਕਾਂ ਨੂੰ ਇਨਸਾਫ ਦੀ ਜਿਹੜੀ ਉਮੀਦ ਆ ਉਹ ਨਹੀਂ ਹੈ। ਹੁਣ ਅਸੀਂ ਅਗਲੇ ਮੁੱਦੇ ਦੀ ਤੁਸੀਂ ਗੱਲ ਕਰਦੇ ਹਾਂ, ਧਰਮ ਪਰਿਵਰਤਨ ਦੀ। ਇੱਕ ਕੋਈ ਸੁਪਰੀਮ ਕੋਰਟ ਦੇ ਵਕੀਲ ਸੀ, ਉਹਨਾਂ ਨੇ ਕੇਸ ਫਾਈਲ ਕੀਤਾ ਸੀਗਾ ਸੁਪਰੀਮ ਕੋਰਟ ਦੇ ਵਿੱਚ ਕਿ ਜਿਹੜਾ ਧਰਮ ਪਰਿਵਰਤਨ ਆ ਇਹਦੇ ਤੇ ਰੋਕ ਲੱਗਣੀ ਚਾਹੀਦੀ ਹੈ। ਤੇ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਸਾਹਿਬ ਨੇ ਇਹ ਫੈਸਲਾ ਦਿੱਤਾ ਕਿ ਤੁਸੀਂ ਇਸ ਆਪਣੀ ਪਟੀਸ਼ਨ ਨੂੰ ਦੁਬਾਰਾ ਵਿਚਾਰੋ। ਜੀ। ਇਹ ਪਟੀਸ਼ਨ ਜਿਹੜੀ ਆ ਬਹੁਤ ਗਲਤ ਆ। ਇਸ ਤੋਂ ਪਹਿਲਾਂ ਕਿ ਅਸੀਂ ਇਸ ਪਟੀਸ਼ਨ ਦੀ ਸੁਣਵਾਈ ਕਰੀਏ, ਤੁਸੀਂ ਇਸ ਪਟੀਸ਼ਨ ਨੂੰ ਵਾਪਸ ਲੈ ਲਓ, ਨਹੀਂ ਤਾਂ ਅਸੀਂ ਤੁਹਾਡੇ ਤੇ ਕਾਰਵਾਈ ਕਰਾਂਗੇ। ਤੁਹਾਨੂੰ ਇਸ ਪਟੀਸ਼ਨ ਲਈ ਨੁਕਸਾਨ ਉਠਾਉਣਾ ਪੈ ਸਕਦਾ। ਫਿਰ ਉਹਨਾਂ ਨੇ ਉਹ ਪਟੀਸ਼ਨ ਤੇ ਵਾਪਸ ਲੈ ਲਈ, ਪਰ ਉਹ ਇੱਕ ਸਾਡੇ ਲਈ ਮੁੱਦਾ ਜ਼ਰੂਰ ਬਣ ਗਿਆ ਤੇ ਅੱਜ ਦੀਆਂ ਅਖਬਾਰਾਂ ਦੇ ਵਿੱਚ ਵੀ ਉਹ ਮੁੱਖ ਮੁੱਦਾ ਆ। ਗੱਲ ਧਰਮ ਪਰਿਵਰਤਨ ਦੀ ਉਹਨਾਂ ਨੇ ਕੀਤੀ ਆ ਤੇ ਸ਼ਾਇਦ ਉਹਦੇ ਪਿੱਛੇ ਉਹਨਾਂ ਦਾ ਜਿਹੜਾ ਮਨਸ਼ਾ ਆ ਉਹ ਕਿਤੇ ਨਾ ਲਵ ਜਿਹਾਦ ਨਾਲ ਵੀ ਜੁੜਿਆ ਹੋਇਆ, ਤੇ ਹੋਰ ਧਰਮ ਦੇ ਬੰਦੇ ਦਾ ਹੋਰ ਧਰਮ ਦੀ ਔਰਤ ਨਾਲ ਵਿਆਹ ਕਰਾ ਕੇ ਉਹਨੂੰ ਪਰਿਵਰਤਨ ਕਰਨ ਦੀ ਗੱਲ ਆ। ਜਦੋਂ ਅਸੀਂ ਪੰਜਾਬ ਦੇ ਵਿੱਚ ਜੇ ਅਸੀਂ ਧਰਮ ਪਰਿਵਰਤਨ ਦੀ ਗੱਲ ਕਰੀਏ ਪਰਮਿੰਦਰ ਜੀ, 2011 ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਵਿੱਚ 3.5 ਲੱਖ ਜਿਹੜੇ ਈਸਾਈ ਆ। ਜੀ। ਤੇ ਪੰਜਾਬ ਦੇ ਵਿੱਚ ਜੇ ਅਸੀਂ ਕ੍ਰਿਸਚੈਨਿਟੀ ਦੀ ਗੱਲ ਕਰੀਏ 47 ਤੋਂ ਬਾਅਦ, ਤੇ ਇਹਦੇ 'ਚ ਬਹੁਤ ਜ਼ਿਆਦਾ ਇਜ਼ਾਫਾ ਹੀ ਹੋਇਆ। ਜੀ। ਪੰਜਾਬ ਦੀ ਧਰਤੀ ਤੇ ਈਸਾਈ ਤੇ ਕੋਈ ਨਹੀਂ ਸੀ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਇੱਥੇ ਕੋਈ ਬਾਹਰੋਂ ਆ ਕੇ ਈਸਾਈ ਨਹੀਂ ਬਸੇ, ਇੱਥੇ ਹੀ ਉਹਨਾਂ ਨੇ ਧਰਮ ਪਰਿਵਰਤਨ ਕੀਤਾ। ਜੀ। ਹਾਲਾਂਕਿ ਮੈਂ ਨਿੱਜੀ ਤੌਰ ਤੇ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹੈਗਾ, ਪਰ ਜਿਸ ਤਰੀਕੇ ਨਾਲ ਇਹ ਧਰਮ ਪਰਿਵਰਤਨ ਕਰਾਏ ਜਾਂਦੇ ਆ ਉਹ ਜ਼ਰੂਰ ਚਰਚਾ ਦਾ ਵਿਸ਼ਾ ਹੈ। ਕਿਉਂਕਿ ਮੇਰੇ ਨਿੱਜੀ ਤੌਰ ਤੇ ਉਹਦੇ ਨਾਲ ਸਹਿਮਤ ਜਾਂ ਅਸਹਿਮਤ ਹੋਣ ਦੀ ਗੱਲ ਨਹੀਂ ਹੈ, ਗੱਲ ਤਾਂ ਸਾਡੇ ਸਮਾਜ ਦੇ ਵਿੱਚ ਜੋ ਚੇਂਜਸ ਹੋ ਰਹੀਆਂ ਉਹਦੀ ਆ। 1800 ਦੇ ਵਿੱਚ ਕਿਤੇ 2 ਈਸਾਈ ਪਾਦਰੀ ਅੰਮ੍ਰਿਤਸਰ ਆ ਕੇ ਉਹਨਾਂ ਨੇ ਅੰਮ੍ਰਿਤਸਰ ਡਾਇਸ ਦੀ ਸਥਾਪਨਾ ਕੀਤੀ। ਉਸ ਤੋਂ ਬਾਅਦ ਹੁਣ ਸਾਡੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਚਰਚਿਸ ਨੇ, ਸਕੂਲ ਨੇ, ਧਾਰਮਿਕ ਕੇਂਦਰ ਨੇ, ਉਹਨਾਂ ਦੇ ਐਜੂਕੇਸ਼ਨ ਸੈਂਟਰ ਨੇ, ਤੇ ਉਹ ਬਹੁਤ ਸਾਰੇ ਮਾਇਕ ਤਰੀਕੇ ਦੇ ਕੇ ਵੀ ਲੋਕਾਂ ਨੂੰ ਇਸ ਸਿਸਟਮ ਦੇ ਵਿੱਚ ਸ਼ਾਮਲ ਕਰਦੇ ਨੇ। 2021 ਦੀ ਜਨਗਣਨਾ ਨਹੀਂ ਹੋ ਸਕੀ ਕਰੋਨਾ ਕਰਕੇ, ਨਹੀਂ ਤੇ ਨਵੇਂ ਅੰਕੜੇ ਸਾਡੇ ਕੋਲ ਸਾਹਮਣੇ ਆ ਜਾਣੇ ਸੀ। ਪਰ ਕਿਹਾ ਇਹ ਜਾਂਦਾ ਕਿ ਇਹ ਜਿਹੜੀ ਸਪੀਡ ਆ ਇਹਨਾਂ ਦੀ ਜਿਹੜੀ ਧਰਮ ਪਰਿਵਰਤਨ ਦੀ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਆ। ਪਿੱਛੇ ਜੇ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਆਈ ਸੀ, ਉਹਦੇ 'ਚ ਉਹਨਾਂ ਨੇ ਦੱਸਿਆ ਕਿ RSS, ਜਿਹਨੂੰ ਅਸੀਂ ਬਹੁਤ ਕਰਕੇ BJP ਦਾ ਬੈਕਗਰਾਊਂਡ ਦੀ ਸੰਸਥਾ ਵੱਲੋਂ ਦੇਖਦੇ ਹਾਂ, ਉਹਨਾਂ ਨੇ ਪੰਜਾਬ ਦੇ ਵਿੱਚ 2011 ਤੋਂ 2014 ਤੱਕ 8000 ਤੋਂ ਜ਼ਿਆਦਾ ਸਿੱਖ ਫੈਮਲੀਆਂ, ਸਿੱਖ ਲੋਕ ਜਿਹੜੇ ਈਸਾਈ ਬਣ ਗਏ ਸੀ, ਉਹਨਾਂ ਦੀ ਵਾਪਸੀ ਕਰਵਾਈ ਆ। ਇਹਨਾਂ ਨੂੰ ਅਸੀਂ ਘਰ ਵਾਪਸੀ ਕਹਿੰਦੇ ਆ। ਪਹਿਲੀ ਵਾਰ ਅਸੀਂ ਇਹ ਸ਼ਬਦ ਉਦੋਂ ਸੁਣਦੇ ਹੁੰਦੇ ਸੀ ਜਦੋਂ ਕੋਈ ਘਰੋਂ ਗਵਾਚ ਜਾਂਦਾ ਸੀ ਤੇ ਉਹਨੂੰ ਵਲ ਲੱਭ ਕੇ ਲਾਉਂਦੇ ਸੀ ਉਹਦੀ ਘਰ ਵਾਪਸੀ ਹੋ ਗਈ। ਫਿਰ ਅਸੀਂ ਰਾਜਨੀਤੀ 'ਚ ਇਹ ਸ਼ਬਦ ਸੁਣਿਆ ਜਦੋਂ ਕੋਈ ਕਾਂਗਰਸ ਛੱਡ ਕੇ ਕਿਸੇ ਹੋਰ ਪਾਰਟੀ ਚਲ ਜਾਂਦਾ ਸੀ ਤੇ ਹੋਰ ਪਾਰਟੀ 'ਚ ਛੱਡ ਕੇ ਫਿਰ ਆਪਣੀ ਵਾਪਸੀ 'ਚ ਆ ਜਾਂਦਾ ਸੀ ਤੇ ਫਿਰ ਕਹਿੰਦੇ ਸੀ ਘਰ ਵਾਪਸੀ। ਤੇ ਇਦਾਂ ਹੀ ਹੁਣ ਧਰਮ ਦੀ ਘਰ ਵਾਪਸੀ ਹੋਣ ਲੱਗ ਗਈ ਆ। ਤੇ ਅਮਰਿਤ ਜੀ, ਅਸੀਂ ਵੀ ਇਸ ਪ੍ਰੋਗਰਾਮ 'ਚ ਵਾਪਸ ਪਰਤਾਂਗੇ, ਪਰ ਇਸ ਵੇਲੇ ਲੈਣੇ ਆ ਬ੍ਰੇਕ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਅਮਰਿਤ ਜੀ, ਵਿਚਾਰ ਚਰਚਾ ਦੇ ਆਖਰੀ ਹਿੱਸੇ 'ਚ ਅਸੀਂ ਪਹੁੰਚ ਗਏ ਹਾਂ। ਵਾਪਸੀ ਆਪਾਂ ਬ੍ਰੇਕ ਤੋਂ ਬਾਅਦ ਕਰ ਲਈ ਹੈ ਤੇ ਮੁੱਦੇ ਤੇ ਵਾਪਸ ਆਉਂਦੇ ਹਾਂ। ਜਿਹੜਾ ਮੁੱਦਾ ਘਰ ਵਾਪਸੀ ਦਾ ਕਰ ਰਹੇ ਸੀ ਤੁਸੀਂ ਗੱਲਬਾਤ, ਉਹਦੇ ਬਾਰੇ। ਬਿਲਕੁਲ ਪਰਮਿੰਦਰ ਜੀ, ਅਸੀਂ ਗੱਲ ਕਰ ਰਹੇ ਸੀ ਕਿ ਧਰਮ ਪਰਿਵਰਤਨ ਕਿਉਂ ਹੁੰਦਾ ਆ। ਕਿਤੇ ਨਾ ਕਿਤੇ ਬੰਦੇ ਦੀਆਂ ਆਰਥਿਕ ਮਜਬੂਰੀਆਂ ਹੁੰਦੀਆਂ ਤੇ ਜਿਹੜੀਆਂ ਕਰਵਾਉਣ ਵਾਲੀਆਂ ਏਜੰਸੀਆਂ ਆ ਉਹਨਾਂ ਕੋਲ ਪੈਸੇ ਹੈਗੇ ਆ। ਮੈਨੂੰ ਉਹਨਾਂ ਦੀ ਮਾਨਸਿਕਤਾ ਇਹ ਸਮਝ ਨਹੀਂ ਆਈ ਕਿ ਜੇ ਸਾਰੇ ਮੁਲਕ ਦਾ, ਸਾਰੀ ਦੁਨੀਆ ਦਾ ਇੱਕ ਧਰਮ ਵੀ ਹੋਵੇ ਤਦ ਵੀ ਕੀ ਫਰਕ ਪਊਗਾ। ਸਾਡਾ ਧਰਮ ਜਿਹੜਾ ਆ ਉਹ ਰਾਦਰ ਦੈਨ ਹਿੰਦੂ, ਮੁਸਲਿਮ, ਸਿੱਖ, ਈਸਾਈ, ਜੈਨੀ, ਬੋਧੀ, ਕ੍ਰਿਸਚੀਅਨ, ਪਾਰਸੀ ਆਦਿ ਦੀ ਬਜਾਏ ਜੇ ਇਨਸਾਨੀਅਤ ਹੋਵੇ ਤੇ ਜ਼ਿਆਦਾ ਚੰਗੀ ਗੱਲ ਹੈ। ਰੱਬ ਨੂੰ ਜਿਹੜਾ ਮੰਨਣ ਦਾ ਤੁਹਾਡਾ ਕੋਈ ਨਜ਼ਰੀਆ ਆ, ਤੁਹਾਡਾ ਕੋਈ ਸਿਸਟਮ ਆ, ਤੁਹਾਡੀ ਕੋਈ ਵਿਧੀ ਆ, ਉਹ ਤੁਹਾਡੀ ਬਿਲਕੁਲ ਨਿੱਜੀ ਆ। ਸੁਪਰੀਮ ਕੋਰਟ ਨੇ ਵੀ ਇਹੀ ਗੱਲ ਕਹੀ ਕਿ ਕਿਸੇ ਵੀ ਬੰਦੇ ਨੂੰ ਅਧਿਕਾਰ ਆ ਕਿ ਉਹ ਆਪਣਾ ਧਰਮ ਆਪਣੀ ਮਰਜ਼ੀ ਦੇ ਨਾਲ 18 ਸਾਲ ਤੋਂ ਬਾਅਦ ਜਦੋਂ ਉਹ ਬਾਲਗ ਹੁੰਦਾ ਤੇ ਉਹ ਆਪ ਚੁਣ ਸਕਦਾ। ਇਸੇ ਆਧਾਰ ਤੇ ਉਹਨਾਂ ਨੇ ਉਹ ਪਟੀਸ਼ਨ ਨੂੰ ਖਾਰਜ ਕੀਤਾ ਆ। ਹਾਲਾਂਕਿ ਉਹਨੂੰ ਖਾਰਜ ਵਿਦਡਰਾਉਨ, ਮਤਲਬ ਡਿਸਮਿਸ ਵਿਦਡਰਾਉਨ ਕਿਹਾ ਗਿਆ ਕਿ ਜਿਹੜੀ ਉਹਨੇ ਬੰਦੇ ਨੇ ਜਿਹਨੇ ਪਟੀਸ਼ਨ ਪਾਈ ਸੀ ਉਹਨੇ ਵਿਦਡਰਾਅ ਕਰਕੇ ਇਸ ਕਰਕੇ ਉਹ ਖਤਮ ਹੋ ਗਈ। ਪਰ ਕੋਰਟ ਦਾ ਕਹਿਣਾ ਇਹੀ ਸੀਗਾ ਕਿ ਧਰਮ ਜਿਹੜਾ ਆ ਉਹ ਕਿਸੇ ਵੀ ਬੰਦੇ ਦਾ ਨਿੱਜੀ ਮਸਲਾ ਆ। ਪਰਮਾਤਮਾ ਨੂੰ ਯਾਦ ਕਰਨਾ ਆ, ਉਹਨੇ ਅੱਲਾ ਦਾ ਉਹਨੇ ਜ਼ਿਰਾ ਕਰਨੀ ਆ ਤੇ
ਗੋਡ ਨੂੰ ਉਹਨੇ ਨਤਮਸਤਕ ਹੋਣਾ ਹੈ ਜਾਂ ਉੱਥੇ ਉਹਨੇ ਪ੍ਰੇਅਰ ਕਰਨੀ ਆ, ਉਹ ਉਹਦਾ ਨਿੱਜੀ ਮਸਲਾ ਆ। ਉਹਦੇ ਵਿੱਚ ਕੋਰਟ ਇਸ ਗੱਲ ਨੂੰ ਡਿਸਾਈਡ ਨਹੀਂ ਕਰੇਗਾ। ਕੋਰਟ ਨੇ ਇਹ ਕਿਹਾ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵਿਆਹ ਕਰਵਾਉਣਾ ਕਿਸ ਧਰਮ 'ਚ ਕਰਵਾਉਣਾ ਆ, ਕਿਸ ਕੁੜੀ ਨਾਲ ਕਰਾਉਣਾ ਹੈ, ਕਿਸ ਮੁੰਡੇ ਨਾਲ ਕਰਾਉਣਾ, ਇਹ ਵੀ ਉਸ ਦਾ ਨਿੱਜ ਦਾ ਮਸਲਾ ਹੈ। ਉਹਦੇ ਵਿੱਚ ਕਿਸੇ ਦੂਜੇ ਤਰੀਕੇ ਦਾ ਦਖਲ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ। ਹਾਲਾਂਕਿ ਉਹਦੇ ਲਈ ਉਹਨਾਂ ਨੇ ਬਾਲਗ ਹੋਣ ਦੀ ਸ਼ਰਤ ਰੱਖ ਦਿੱਤੀ ਆ ਕਿ ਜੇ ਉਹ ਬਾਲਗਤਾ ਤੋਂ ਛੋਟਾ ਆ, ਬਾਲਗ ਤੋਂ, ਫਿਰ ਉਹਦੀ ਫੈਮਿਲੀ ਨਾਲ ਉਹਦੀ ਡਿਸਕਸ ਜਿਹੜੀ ਹੋ ਸਕਦੀ ਹੈ। ਪਰ ਮੇਰਾ ਇਹ ਮੰਨਣਾ ਆ ਕਿ ਧਰਮ ਪਰਿਵਰਤਨ ਜਿਹੜਾ ਆ ਉਹ ਨਿੱਜੀ ਮਸਲਾ ਹੀ ਰਹਿਣ ਦਿੱਤਾ ਜਾਵੇ, ਉਹਦੇ 'ਤੇ ਡਿਸਕਸ ਨਾ ਕੀਤੀ ਜਾਵੇ। ਹੈਰਾਨੀ ਦੀ ਗੱਲ ਆ, ਉਸ ਵਕੀਲ ਸਾਹਿਬ ਨੇ ਪਤਾ ਨਹੀਂ ਕੀ ਸੋਚਿਆ ਹੋਣਾ ਜਿਹੜਾ ਉਹਨਾਂ ਨੇ ਪਟੀਸ਼ਨ ਪਾਈ ਆ ਤੇ ਕੋਰਟ ਦਾ ਸਮਾਂ ਵੀ ਜ਼ਾਇਆ ਕੀਤਾ। ਪਰ ਜਿੱਥੇ ਵੀ ਕਿਤੇ ਜਿਹੜਾ ਧਰਮ ਪਰਿਵਰਤਨ ਹੁੰਦਾ ਆ, ਜਿਹੜਾ ਪੈਸੇ ਤੇ ਤਰੀਕੇ ਦੇ ਨਾਲ ਦੇ ਕੇ ਹੁੰਦਾ ਜਾਂ ਕਿਸੇ ਦੀਆਂ ਕੋਈ ਮਜਬੂਰੀਆਂ ਨੂੰ ਦੇਖ ਕੇ ਹੁੰਦਾ, ਅਸੀਂ ਆਪਣੇ ਪਿੰਡਾਂ 'ਚ ਅਕਸਰ ਦੇਖਦੇ ਹਾਂ, ਬਹੁਤ ਸਾਰੇ ਲੋਕ ਕਹਿੰਦੇ ਆ ਕਿ ਸਾਡੀਆਂ ਬਿਮਾਰੀਆਂ ਠੀਕ ਹੋ ਗਈਆਂ ਉਸ ਪਰਟੀਕੂਲਰ ਧਰਮ ਦੇ ਜਗ੍ਹਾ 'ਤੇ ਜਾਣ ਨਾਲ ਜਾਂ ਉਸ ਬਾਬੇ ਦੀ ਕਿਰਪਾ ਨਾਲ, ਤਦ ਕਰਕੇ ਅਸੀਂ ਉਸ ਧਰਮ 'ਚ ਆ ਗਏ ਹਾਂ। ਪਤਾ ਨਹੀਂ ਕਿਵੇਂ ਉਹ ਸੋਚਦੇ ਨੇ ਤੇ ਕਿਵੇਂ ਬਿਮਾਰੀਆਂ ਠੀਕ ਹੁੰਦੀਆਂ ਨੇ। ਜੇ ਇਹ ਬਿਮਾਰੀਆਂ ਠੀਕ ਹੁੰਦੀਆਂ ਨੇ ਤੇ ਫਿਰ ਤੇ ਸਾਰਿਆਂ ਦਾ ਹੀ ਉਹ ਧਰਮ ਹੋ ਜਾਣਾ ਚਾਹੀਦਾ, ਫਿਰ ਹਸਪੀਟਲਸ ਦੀ ਲੋੜ ਹੀ ਨਾ ਹੋਵੇ। ਪਰ ਇਦਾਂ ਹੁੰਦਾ ਨਹੀਂ। ਗੱਲ ਸਾਡੇ ਅਵੇਅਰ ਹੋਣ ਦੀ ਆ, ਸਾਡੇ ਐਜੂਕੇਟਡ ਹੋਣ ਦੀ ਆ, ਤੇ ਧਰਮ ਨੂੰ ਨਿੱਜੀ ਮਸਲਾ ਹੀ ਰਹਿਣ ਦਿੱਤਾ ਜਾਵੇ ਤੇ ਜ਼ਿਆਦਾ ਚੰਗੀ ਗੱਲ। ਤੇ ਇਸ ਵੇਲੇ ਚੰਗੀ ਗੱਲ ਆਪਾਂ ਹੋਰ ਕਰ ਲਈਏ, ਚੋਣਾਂ ਦਾ ਸੀਜ਼ਨ ਚੱਲ ਰਿਹਾ ਤੇ ਬੰਗਾਲ ਚੋਣਾਂ ਸਿਖਰ ਤੇ ਨੇ, ਚੌਥੇ ਪੜਾਅ ਦੀਆਂ ਚੋਣਾਂ ਸ਼ਾਇਦ ਅੱਜ ਉੱਥੇ ਹੋ ਰਹੀਆਂ ਨੇ ਜੀ। ਕੀ ਵੇਖਦੇ ਹੋ ਅੱਜ ਦੇ ਚੋਣ ਦੇ ਮਾਹੌਲ ਦੇ ਵਿੱਚ ਉੱਥੇ? ਦੇਖੋ, ਇਹ ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਚੋਣ ਜਿਹੜੀਆਂ ਉਹ ਸਿਖਰ 'ਤੇ ਨੇ। ਉੱਥੇ ਜਿਹੜੀ ਹੈਰਾਨੀਜਨਕ ਗੱਲ ਸਾਹਮਣੇ ਆਈ ਆ ਉਹ ਚੋਣਾਂ ਨੂੰ ਲੈ ਕੇ ਇਹ ਆ, ਇੱਕ ਭਾਰਤ ਦੀ ਬਹੁਤ ਆਜ਼ਾਦ ਸੰਸਥਾ ਆ, ਪ੍ਰਾਈਵੇਟ ਸੰਸਥਾ ਹੀ ਉਹਨੂੰ ਕਹਿ ਸਕਦੇ ਹਾਂ, ADR ਉਹਦਾ ਨਾਮ ਹੈ, ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ। ਅਸੀਂ ਉਹਦੀਆਂ ਜਿਹੜੇ ਉਹਨਾਂ ਦੇ ਚਰਚੇ ਆ ਉਹ ਅਕਸਰ ਪੜ੍ਹਦੇ ਹਾਂ, ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਵੀ, ਤੇ ਅਖਬਾਰ ਦੇ ਵਿੱਚ ਵੀ ਉਹਨਾਂ ਦੀ ਰਿਪੋਰਟ ਸਾਹਮਣੇ ਆਉਂਦੀ ਰਹਿੰਦੀ ਹੈ। ਉਹਨਾਂ ਨੇ ਜਿਹੜੀ ਗੱਲ ਦੱਸੀ ਉਹ ਬੜੀ ਹੈਰਾਨੀਜਨਕ ਆ। ਅਸੀਂ ਵਿਕਾਸ ਦੀਆਂ ਗੱਲਾਂ ਕਰਦੇ ਹਾਂ, ਅਸੀਂ ਚੋਣਾਂ ਦੇ ਵਿੱਚ ਦੇਸ਼ ਦੇ ਮੁੱਦਿਆਂ ਦੀ ਗੱਲ ਕਰਦੇ ਹਾਂ। ਜਦੋਂ ਚੋਣਾਂ ਨਹੀਂ ਹੋਣੀਆਂ ਹੁੰਦੀਆਂ, ਜਦੋਂ ਚੋਣਾਂ ਨੇੜੇ ਆ ਜਾਂਦੀਆਂ, ਫਿਰ ਸਾਡੇ ਕੋਲ ਮੁੱਦੇ ਹੁੰਦੇ ਆ, ਧਰਮ ਕਿਹੜਾ ਆ, ਜਾਤ ਕਿਹੜੀ ਆ, ਤੇ ਉੱਥੇ ਲੜਾਈ ਕਿਹਦੇ ਨਾਲ ਹੋਣੀ ਆ, ਕਿਸ ਜਾਤ ਦੇ ਲੋਕਾਂ ਲਈ ਉੱਥੇ ਕਿਹੜਾ ਕੈਂਡੀਡੇਟ ਖੜਾ ਕਰਨਾ ਆ। ਉਸ ਵੇਲੇ ਸਾਨੂੰ ਇਹ ਕਿਤੇ ਨਜ਼ਰ ਨਹੀਂ ਆਉਂਦਾ ਕਿ ਸਾਡੇ ਲਈ ਇਹਨਾਂ ਲੋਕਾਂ ਨੂੰ, ਜਿਨ੍ਹਾਂ ਨੂੰ ਅਸੀਂ ਚੁਣ ਰਹੇ ਹਾਂ, ਉਹਨਾਂ ਨੇ ਸਾਡੇ ਲਈ ਕੀ ਕਰਨਾ ਹੈ। ਤੇ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਜਦੋਂ ਕਾਗਜ਼ ਭਰਦੇ ਆ, ਸਾਰੇ ਲੋਕ ਆਪਣੇ ਨੋਮੀਨੇਸ਼ਨਸ ਫਾਈਲ ਕਰਦੇ ਆ ਤੇ ਉਹਨਾਂ ਨੂੰ ਉਹ ਛਾਣਬੀਣ ਕਰਦੇ ਆ ਉਹਦੀ। ਫਿਰ ਉਹ ਅਕਸਰ ਇਹ ਦੱਸਦੇ ਨੇ ਕਿ ਕਿੰਨੇ ਲੋਕ ਕਰੋੜਪਤੀ ਨੇ ਤੇ ਕਿੰਨੇ ਲੋਕ ਪੜ੍ਹੇ ਲਿਖੇ ਨੇ ਤੇ ਕਿੰਨੇ ਲੋਕ ਜਿਹੜੇ ਆ ਉਹ ਕ੍ਰਾਈਮ 'ਚ ਉਲਝੇ ਹੋਏ ਨੇ। ਤੇ ਉਹਨਾਂ ਨੇ ਇਹ ਗੱਲ ਦੱਸੀ ਆ ਕਿ ਜਿਹੜੇ ਚੌਥੇ ਦੌਰ ਦੇ ਅੰਕੜੇ ਆ ਉਹ ਇਹ ਦੱਸਦੇ ਆ ਕਿ 61% BJP ਦੇ ਜਿਹੜੇ ਕੈਂਡੀਡੇਟ ਨੇ ਉਹ ਕ੍ਰਿਮੀਨਲ ਬੈਕਗਰਾਊਂਡ ਤੋਂ ਨੇ। ਕ੍ਰਿਮੀਨਲ ਬੈਕਗਰਾਊਂਡ ਤੋਂ ਕਹਿਣ ਦਾ ਮੇਰਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਫੈਮਿਲੀ ਬੈਕਗਰਾਊਂਡ ਕ੍ਰਿਮੀਨਲ ਆ, ਬਸ਼ਰਤੇ ਕਿ ਉਹਨਾਂ ਦੇ ਕੇਸ ਦਰਜ ਨੇ। ਉਹਨਾਂ ਦੇ ਵਿੱਚੋਂ ਵੀ 45% ਉਹ ਨੇ ਜਿਨ੍ਹਾਂ ਦੇ ਉੱਤੇ ਸੀਰੀਅਸ ਕ੍ਰਾਈਮਸ ਨੇ। ਸੀਰੀਅਸ ਕ੍ਰਾਈਮ ਜਾਣੀ ਕਿ ਮਰਡਰ, ਫਰੌਤੀ ਜਾਂ ਰੇਪ, ਇਹੋ ਜਿਹੇ। ਤੇ ਇਦਾਂ ਹੀ 71% ਜਾਂ 73% ਕੈਂਡੀਡੇਟ ਜਿਹੜੇ ਆ ਉਹ CPI ਦੇ ਨੇ, ਤੇ 34-35% ਲੋਕ ਜਿਹੜੇ ਆ TMC ਦੇ, ਜਿਹੜੀ ਮਮਤਾ ਬੈਨਰਜੀ ਦੀ ਪਾਰਟੀ ਆ, ਉਹਦੇ ਜਿਹੜੇ ਕੈਂਡੀਡੇਟ ਨੇ। ਚੌਥੇ ਦੌਰ ਦੇ ਇਹ ਅੰਕੜੇ ਨੇ। ਇਦਾਂ ਦੇ ਹੀ ਅੰਕੜੇ ਤੀਜੇ ਦੌਰ ਦੇ ਸੀ, ਥੋੜੇ ਬਹੁਤ 2-4% ਇੱਧਰ ਉੱਧਰ ਹੋਣਗੇ। ਤੀਜੇ ਦੌਰ ਦੇ ਸੀ, ਦੂਜੇ ਦੌਰ ਦੇ ਸੀ, ਪਹਿਲੇ ਦੌਰ ਦੇ ਸੀ, ਚਾਹੇ ਪੰਜਵੇਂ ਦੌਰ ਦੇ ਨੇ। ਹੁਣ ਤੁਸੀਂ ਇਹ ਦੇਖੋ ਵੀ ਜੇ 60% ਲੋਕ ਅਸੀਂ ਇਹੋ ਜਿਹੇ ਖੜੇ ਕੀਤੇ ਨੇ ਜਿਨ੍ਹਾਂ ਦੇ ਉੱਤੇ ਕ੍ਰਾਈਮ ਦੇ ਚਾਰजेस ਨੇ, ਤੇ ਬਾਅਦ ਵਿੱਚ ਇਹ ਲੀਡਰ ਲੋਕ ਇਸ ਗੱਲ ਤੋਂ ਕਿਨਾਰਾ ਕਰ ਲੈਂਦੇ ਨੇ ਕਿ ਸਾਡੇ ਤੇ ਚਾਰਜ ਹੀ ਲੱਗੇ ਨੇ, ਸਿੱਧ ਥੋੜੀ ਹੋਏ ਨੇ। ਤੇ ਜਦੋਂ ਸਿੱਧ ਹੋ ਜਾਂਦੇ ਨੇ ਫਿਰ ਕਹਿੰਦੇ ਨੇ ਹਾਈ ਕੋਰਟ ਨੇ ਸਿੱਧ ਕੀਤਾ, ਹਲੇ ਸੁਪਰੀਮ ਕੋਰਟ ਨੇ ਥੋੜੀ ਸਿੱਧ ਕੀਤਾ। ਸੁਪਰੀਮ ਕੋਰਟ ਨੇ ਸਿੱਧ ਕਰਨ ਤੋਂ ਬਾਅਦ ਵੀ ਫਿਰ ਕਹਿ ਦਿੰਦੇ ਨੇ ਨਹੀਂ, ਇਹ ਤਾਂ ਮੇਰੇ ਤੇ ਰਾਜਸੀ ਵਿਰੋਧ ਨਾਲ ਲੱਗਿਆ ਸੀ ਤੇ ਉਹ ਸਾਬਿਤ ਹੋ ਗਿਆ। ਹੁਣ ਇੱਥੇ ਕੱਲੀਆਂ ਪੋਲੀਟੀਕਲ ਪਾਰਟੀਆਂ ਹੀ ਦੋਸ਼ੀ ਨੇ ਜਾਂ ਅਸੀਂ ਆਮ ਲੋਕ ਵੀ ਦੋਸ਼ੀ ਹਾਂ? ਇਹਦੇ ਨਾਲ ਦੀ ਜੇ ਅਸੀਂ ਮੈਂ ਇੱਕ ਹੋਰ ਖਬਰ ਨੂੰ ਇਹਦੇ ਨਾਲ ਜੋੜਾਂ ਤੇ ਯੂਪੀ ਦੇ ਵਿੱਚ ਲੋਕਲ ਬਾਡੀਜ਼ ਦੇ ਇਲੈਕਸ਼ਨ ਹੋ ਰਹੇ ਆ। ਉਨਾਵ ਰੇਪ ਕੇਸ ਤੁਹਾਨੂੰ ਯਾਦ ਆਉਣਾ, ਕੁਲਦੀਪ ਸਿੰਘ ਸੈਂਗਰ ਜਿਹੜਾ BJP ਤੋਂ MLA ਸੀ, ਉਹਦੇ ਤੇ 17 ਸਾਲ ਦੀ ਕੁੜੀ ਨਾਲ ਰੇਪ ਦਾ ਇਲਜ਼ਾਮ ਲੱਗਿਆ। ਸਜ਼ਾ ਯਾਫਤਾ ਆ, ਉਹ ਉਮਰ ਕੈਦ ਦੀ ਸਜ਼ਾ ਭੁਗਤਦਾ ਪਿਆ, ਤੇ ਉਹਦੀ ਵਾਈਫ ਹੁਣ ਇਲੈਕਸ਼ਨ 'ਚ ਖੜੀ ਆ ਤੇ ਵੋਟਾਂ ਤੇ ਲੋਕ ਅਸੀਂ ਪਾਉਣੀਆਂ ਨਾ ਉਹਨੂੰ। ਸਾਡੀ ਜਿਹੜੀ ਮਾਨਸਿਕਤਾ ਹੈ ਉਹ ਜਾਂ ਤਾਂ ਪੋਲੀਟੀਕਲ ਪਾਰਟੀਆਂ ਨਾਲ ਜੁੜੀ ਹੋਈ ਹੈ ਤੇ ਜਾਂ ਅਸੀਂ ਫਿਰ ਉਹਨਾਂ ਲੋਕਾਂ ਨੂੰ ਵੱਡੇ ਸਮਝਦੇ ਹਾਂ, ਤਾਕਤਵਰ ਸਮਝਦੇ ਹਾਂ, ਉਹਨਾਂ ਨੂੰ ਡਰ ਦੇ ਵੋਟ ਪਾਉਂਦੇ ਹਾਂ, ਜਾਂ ਅਸੀਂ ਕਿਤੇ ਆਪਣੇ ਨਾਲ ਨਿੱਜੀ ਮੁਹਾਦਾਂ ਨਾਲ ਜੁੜੇ ਹੋਏ ਹਾਂ, ਥੋੜ੍ਹੇ ਬਹੁਤੇ ਫਾਇਦਿਆਂ ਕਰਕੇ ਉਹਨਾਂ ਨੂੰ ਵੋਟ ਪਾਉਂਦੇ ਹਾਂ। ਸੋ ADR ਦੇ ਅੰਕੜੇ ਜਦੋਂ ਵੀ ਸਾਡੇ ਸਾਹਮਣੇ ਆਉਂਦੇ ਨੇ ਅਸੀਂ ਬੜੇ ਹੈਰਾਨ ਹੁੰਦੇ ਹਾਂ। ਤੇ ਜਦੋਂ ਫਿਰ ਅਸੀਂ ਕਹਿੰਦੇ ਹਾਂ ਕਿ ਪਾਰਲੀਮੈਂਟ ਵਿੱਚ ਇਹੋ ਜਿਹੇ ਲੋਕ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਕੇਸ ਚੱਲਦੇ ਨੇ, ਤੇ ਜਦੋਂ ਉਹ ਬੰਦਾ ਪਾਰਲੀਮੈਂਟ 'ਚ ਪਹੁੰਚ ਜਾਂਦਾ ਤੇ ਫਿਰ ਉਹਦੇ 'ਚ ਤੇ ਕੇਸ ਜਿਹੜੇ ਨੇ ਉਹ ਨਰਮ ਹੋ ਜਾਂਦੇ ਨੇ, ਬਾਅਦ ਵਿੱਚ ਉਹਨਾਂ ਕੇਸਾਂ ਤੋਂ ਬਰੀ ਹੋ ਜਾਂਦੇ ਨੇ। ਬੀਤੇ ਦਿਨੀ ਅਸੀਂ ਗੱਲ ਕੀਤੀ ਆ, ਪੰਜਾਬ ਤੋਂ ਇੱਕ ਗਏ ਨੇ ਅੰਸਾਰੀ ਸਾਹਿਬ, 50 ਤੋਂ ਜ਼ਿਆਦਾ ਕੇਸ ਨੇ, 30 ਤੋਂ ਜ਼ਿਆਦਾ ਕੇਸਾਂ 'ਚੋਂ ਬਰੀ ਹੋ ਗਏ ਨੇ।
ਮਰਡਰ ਦਾ ਚਾਰਜ ਸੀ, ਉਹਨਾਂ ਨੇ ਆਪਣੇ ਹੀ ਹਲਕੇ ਦੇ ਵਿੱਚ ਇੱਕ MLA ਨੂੰ ਮਾਰਿਆ ਸੀ ਤੇ ਉਹ ਵੱਡੀ ਖਬਰ ਸੀ ਕਿ ਉਹਦੇ ਉਸ ਜਿਸ ਬੰਦੇ ਨੂੰ ਮਾਰਿਆ ਸੀ ਉਹਦੇ ਸਰੀਰ ਚੋਂ 100 ਤੋਂ ਜ਼ਿਆਦਾ ਗੋਲੀਆਂ ਨਿਕਲੀਆਂ ਜੀ। ਬੰਦਾ ਫੇਰ ਬਰੀ ਹੋ ਗਿਆ। ਹੂੰ 1.5-2 ਸਾਲ ਉਹ ਪੰਜਾਬ ਦੇ ਵਿੱਚ ਇੱਕ ਜੇਲ੍ਹ ਦੇ ਵਿੱਚ ਮੌਜ ਕਰਕੇ ਗਏ ਆ ਜੀ। ਬੁਲਟ ਪ੍ਰੂਫ ਗੱਡੀ ਉਹਨਾਂ ਨੂੰ ਲੈਣ ਆਈ। ਬਹੁਤ ਸਾਰੀਆਂ ਅਸੀਂ ਗੱਲਾਂ ਉਸ ਕੇਸ ਦੇ ਵਿੱਚ ਦੇਖੀਆਂ ਜੀ। ਕਸੂਰਵਾਰ ਸਿਰਫ ਔਰ ਸਿਰਫ ਲੋਕ ਨਹੀਂ ਆ, ਸਾਡੇ ਸਮਾਜ ਦੀ ਬਣਤਰ ਇਦਾਂ ਦੀ ਹੋ ਗਈ ਆ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਥੋੜੇ ਬਹੁਤੇ ਫਾਇਦਿਆਂ ਲਈ ਉਹਨਾਂ ਹੀ ਲੋਕਾਂ ਨੂੰ ਮੁੜ ਕੇ ਵੋਟਾਂ ਪਾਉਂਦੇ ਆ। ਜਦੋਂ ਚੰਗੇ ਲੋਕ ਰਾਜਨੀਤੀ 'ਚ ਆਉਂਦੇ ਹੀ ਨਹੀਂ ਤੇ ਫਿਰ ਅਸੀਂ ਕੀ ਕਰ ਸਕਦੇ ਹਾਂ। ਇਦਾਂ ਦੀ ਇੱਕ ਹੋਰ ਸੋਹਣੀ ਘਟਨਾ ਤੁਹਾਨੂੰ ਮੈਂ ਦੱਸਦਾ, ਅਸਾਮ ਦੇ ਵਿੱਚ ਚੋਣਾਂ ਹੋ ਗਈਆਂ। AIUDF ਆਲ ਇੰਡੀਆ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ ਜਿਹੜਾ ਕਾਂਗਰਸ ਨਾਲ ਰਲ ਕੇ ਉੱਥੇ ਇਲੈਕਸ਼ਨ ਲੜਦਾ ਪਿਆ। ਵੋਟਾਂ ਹੋ ਗਈਆਂ। ਵੋਟਾਂ ਹੋਣ ਤੋਂ ਬਾਅਦ ਜਿਹੜੇ ਉਹਨਾਂ ਦੇ ਕੈਂਡੀਡੇਟ ਨਹੀਂ ਸੀਗੇ ਉਹਨਾਂ ਨੇ ਛੁੱਟੀਆਂ ਮਨਾਉਣ ਲਈ ਰਾਜਸਥਾਨ ਕਿਸੇ ਰਿਜ਼ੋਰਟ 'ਚ ਭੇਜ ਦਿੱਤਾ। ਅੱਛਾ ਜੀ। ਤੁਸੀਂ ਪਹਿਲਾਂ ਇਹ ਗੱਲ ਦੇਖਦੇ ਰਹੇ ਹਾਂ ਅਸੀਂ ਕਿ ਉਹਨਾਂ ਜਦੋਂ MLA ਬਣ ਜਾਂਦੇ ਨੇ ਤੇ ਫਿਰ VOTING ਹੋਣ ਤੋਂ ਪਹਿਲਾਂ ਉਹਨਾਂ ਨੂੰ ਜ਼ਰੂਰ ਕਾਬੂ 'ਚ ਕਰ ਲਿਆ ਜਾਂਦਾ, ਬੱਸਾਂ 'ਚ ਬਿਠਾ ਕੇ ਕਿਤੇ ਨਾ ਕਿਤੇ ਸਾਂਝੀ ਜਗ੍ਹਾ ਤੇ ਰੱਖਿਆ ਜਾਂਦਾ ਤਾਂ ਜੋ ਉਹ ਕਿਸੇ ਹੋਰ ਬੰਦੇ ਦੇ ਸੰਪਰਕ 'ਚ ਆ ਕੇ ਵਿਕ ਨਾ ਜਾਣ ਜਾਂ ਕਿਸੇ ਹੋਰ ਪ੍ਰੈਸ਼ਰ 'ਚ ਆ ਕੇ ਵੋਟ ਪਾਰਟੀ ਦੇ ਖਿਲਾਫ ਨਾ ਪਾ ਦੇਣ। ਪਰ ਇਹ ਉਹਨਾਂ ਨੇ ਕਾਂਗਰਸ ਨੇ ਤੇ AIUDF ਨੇ ਐਕਸਟਰਾ ਪ੍ਰੀਕਾਸ਼ਨਸ ਲਏ ਆ ਕਿ ਜਿੱਤਣ ਤੋਂ ਵੀ ਪਹਿਲਾਂ ਹੀ ਉਹ ਬੰਦੇ ਜਿਹੜੇ ਆਪਣੇ ਆ ਉਹ ਵੱਖਰੇ ਕਰ ਲਏ। ਸੋ ਰਾਜਨੀਤੀ ਦੇ ਵਿੱਚ ਜਿਹੜੀ ਗਿਰਾਵਟ ਆ ਉਹ ਪਰਮਿੰਦਰ ਜੀ ਜਾਰੀ ਆ, ਚਾਹੇ ਉਹ ਕ੍ਰਿਮੀਨਲਸ ਲੋਕਾਂ ਦੀ ਆਉਣ ਦੀ ਗੱਲ ਕਰੀਏ, ਚਾਹੇ ਉਹ ਕ੍ਰਿਮੀਨਲਸ ਦੇ ਮੁੜ ਕੇ ਜਿੱਤਣ ਦੀ ਗੱਲ ਕਰੀਏ, ਤੇ ਚਾਹੇ ਕ੍ਰਿਮੀਨਲਸ ਦੇ ਰਾਜਨੀਤੀ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਦੇ ਵਿਕਣ ਤੇ ਬਦਲਣ ਦੀ ਗੱਲ ਕਰ ਲਈਏ। ਰਾਜਨੀਤੀ ਜਿਹੜੀ ਉਹ ਸੁਧਰ ਨਹੀਂ ਰਹੀ। ਇਹਦੇ ਲਈ ਬਹੁਤ ਵੱਡੇ ਕਾਰਨ ਉਹ ਨੇ ਕਿ ਅਸੀਂ ਇਹ ਗੱਲ ਬਹੁਤ ਵਾਰ ਦੇਖ ਚੁੱਕੇ ਹਾਂ, ਬਹੁਤ ਵਾਰ ਸਾਹਮਣੇ ਲਿਆ ਚੁੱਕੇ ਹਾਂ ਕਿ ਰਾਜਨੀਤੀ ਉਦੋਂ ਸੁਧਰੂਗੀ ਜਦੋਂ ਚੰਗੇ ਲੋਕ ਰਾਜਨੀਤੀ 'ਚ ਆਉਣਗੇ। ਪਰ ਇਲੈਕਸ਼ਨਸ ਜਿਹੜੀਆਂ ਉਹ ਇੰਨੀਆਂ ਮਹਿੰਗੀਆਂ ਤੇ ਇੰਨੀਆਂ ਪੇਚੀਦਾ ਨੇ ਕਿ ਇੱਕ ਆਮ ਸਧਾਰਨ ਚੰਗਾ ਬੰਦਾ ਸੋਚ ਹੀ ਨਹੀਂ ਸਕਦਾ ਕਿ ਉਹਨੇ ਰਾਜਨੀਤੀ 'ਚ ਆਉਣਾ ਹੈ। ਜੀ। ਤੇ ਸ਼ਰਮਾ ਜੀ, ਮੈਨੂੰ ਲੱਗਦਾ ਕਿ ਅਗਲੀਆਂ ਇਲੈਕਸ਼ਨ 'ਚ ਤੁਸੀਂ ਖੜੇ ਜ਼ਰੂਰ ਹੋ ਜਾਇਓ, ਤੁਹਾਨੂੰ ਸਪੋਰਟ ਬਹੁਤ ਲੋਕ ਕਰਨਗੇ। ਬਿਲਕੁਲ ਨਹੀਂ ਜੀ, ਬਿਲਕੁਲ ਇਹ ਕੰਮ ਨਾ ਕਰਾਓ ਤੁਸੀਂ, ਇੱਥੇ ਹੀ ਰੱਖ। ਠੀਕ ਹੈ, ਚਲੋ ਠੀਕ ਹੈ। ਤੇ ਸ਼ਰਮਾ ਜੀ, ਹੁਣ ਅਸੀਂ ਗੱਲ ਕਰਦੇ ਹਾਂ ਕਰੋਨਾ ਦੀ, ਜਿਹੜੀ ਸਥਿਤੀ 'ਚ ਅਸੀਂ ਚਾਹੁੰਦੇ ਹਾਂ ਕਿ ਸੁਧਾਰ ਆਵੇ। ਬਿਲਕੁਲ ਜੀ। ਤੇ ਕਰੋਨਾ ਇਸ ਵੇਲੇ ਲੋਕਾਂ ਨੂੰ ਹੋਰ ਜ਼ਿਆਦਾ ਡਰਾ ਰਿਹਾ ਤੇ ਤਾਜ਼ਾ ਸਥਿਤੀ ਜਿਹੜੀ ਹੈ ਉਹ ਤੁਸੀਂ ਦੱਸ ਦਿਓ। ਜਿੱਥੋਂ ਤੱਕ ਅੰਕੜਿਆਂ ਦੀ ਗੱਲ ਆ ਪਰਮਿੰਦਰ ਜੀ, ਅੰਕੜੇ ਜਿਹੜੇ ਉਹ 1.25 ਲੱਖ ਤੋਂ ਟੱਪ ਗਏ। ਰੋਜ਼ ਨਵੇਂ ਕੇਸ ਜਿਹੜੇ ਆਉਣ ਦੀ ਗਿਣਤੀ ਉਹ ਬਹੁਤ ਜ਼ਿਆਦਾ ਵੱਧਦੀ ਪਈ ਆ ਤੇ ਮੌਤਾਂ ਦੀ ਗਿਣਤੀ ਵੀ 800 ਦੇ ਨੇੜੇ ਤੇੜੇ ਜਿਹੜੀ ਆ ਉਹ ਪਹੁੰਚ ਗਈ ਆ ਰੋਜ਼। ਪਰ ਜਿਹੜੀ ਗੱਲ ਕਰਨ ਵਾਲੀ ਆ ਉਹ ਅੰਕੜੇ ਤੇ ਅਸੀਂ ਦੇਖ ਲੈਂਦੇ ਆ ਤੇ ਉਹਦੇ ਨਾਲ ਦੀ ਨਾਲ ਹਾਲਾਤ ਜਿਹੜੇ ਨੇ ਉਹਨਾਂ ਦੇ ਪਿੱਛੇ ਵਿਗੜਨ ਦੇ ਜਿਹੜੇ ਕਾਰਨ ਨੇ ਉਹ ਕਿਤੇ ਨਾ ਕਿਤੇ ਟੀਕਾਕਰਨ ਜਿਹੜਾ ਆ ਉਹਦੇ ਸਲੋ ਹੋਣ ਦੀ ਗੱਲ ਵੀ। ਅੱਜ ਦੀ ਡੇਟ ਦੇ ਵਿੱਚ ਇਹ ਵੀ ਗੱਲ ਸਾਹਮਣੇ ਆ ਰਹੀ ਆ ਕਿ 80% ਦੇ ਨੇੜੇ ਤੇੜੇ ਜਾਂ 60% 80 ਨਹੀਂ 60% ਲੋਕ ਉਹ ਸਾਹਮਣੇ ਆ ਰਹੇ ਨੇ ਮਰੀਜ਼ ਜਿਹੜੇ 18 ਤੋਂ 40 ਸਾਲ ਦੇ ਨੇ। ਤੇ ਜੇ ਇੰਨੀ ਵੱਡੀ ਗਿਣਤੀ ਦੇ ਵਿੱਚ 40 ਸਾਲ ਤੋਂ ਥੱਲੇ ਦੀ ਉਮਰ ਦੇ ਜਿਹੜੇ ਲੋਕ ਨੇ ਉਹ ਇਸ ਬਿਮਾਰੀ ਨਾਲ ਪੀੜਤ ਹੋ ਰਹੇ ਨੇ ਤੇ ਜਿਹੜੇ ਟੀਕਾਕਰਨ ਹੈ ਉਹ ਸਿਰਫ ਹਾਲੇ 45 ਤੋਂ ਉੱਪਰ ਚੱਲ ਰਿਹਾ ਤੇ ਉੱਥੇ ਵੀ ਜਿਹੜੀ ਟੀਕਾਕਰਨ ਦੀ ਸਪੀਡ ਆ ਉਹ ਬਹੁਤ ਜ਼ਿਆਦਾ ਸਲੋ ਆ। ਮਹਾਰਾਸ਼ਟਰ ਦੇ ਵਿੱਚ ਹੀ ਅੱਜ ਖਬਰ ਸੀ ਕਿ ਇੱਕ ਟੀਕਾਕਰਨ ਕੇਂਦਰ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਉੱਥੇ ਟੀਕਿਆਂ ਦੀ ਜਿਹੜੀ ਸਪਲਾਈ ਆ ਉਹ ਨਹੀਂ ਹੋ ਰਹੀ। ਅਸੀਂ ਬਹੁਤ ਸਾਰੇ ਬਾਹਰਲੇ ਦੇਸ਼ਾਂ ਨੂੰ 90-92 ਦੇਸ਼ਾਂ ਨੂੰ ਸਪਲਾਈ ਦੇ ਰਹੇ ਹਾਂ, ਉਹ ਦੇਣੀ ਪੈਣੀ ਆ, ਦੇਣੀ ਚਾਹੀਦੀ ਵੀ ਆ। ਉਹਦੇ ਲਈ ਵਪਾਰਕ ਪੱਖ ਵੀ ਨੇ ਤੇ UNO ਦਾ ਵੀ ਆ ਕਿ ਇਕੱਲੇ ਕੋਈ ਵੀ ਮੁਲਕ ਸਿਰਫ ਆਪਣੇ ਟੀਕੇ ਬਣਾ ਕੇ ਆਪਣੇ ਹੀ ਦੇਸ਼ ਨੂੰ ਨਾ ਕਰੀਏ, ਆਪਾਂ ਸਾਰੀ ਦੁਨੀਆ ਨੂੰ ਇੱਕ ਤਰੀਕੇ ਨਾਲ ਦੇਖਣਾ ਹੈ। ਪਰ ਸਰਕਾਰ ਦਾ ਇਹ ਫਰਜ਼ ਬਣਦਾ ਕਿ ਟੀਕਾਕਰਨ ਜਿਹੜਾ ਆ ਉਹਦੀ ਪ੍ਰੋਡਕਸ਼ਨ ਨੂੰ ਤੇ ਵਧਾਇਆ ਹੀ ਜਾ ਰਿਹਾ। ਬਹੁਤ ਸਾਰੇ ਪ੍ਰੋਡਕਸ਼ਨ ਸਾਡੇ ਕੋਲ ਹੋ ਰਹੀ ਆ ਪਰ ਟੀਕਾਕਰਨ ਦੀ ਜਿਹੜੀ ਸਪੀਡ ਆ ਉਹ ਤੇਜ਼ ਕੀਤੀ ਜਾਵੇ। ਤੇ ਜਦੋਂ ਅਸੀਂ ਭਾਰਤ ਦੇ ਵਿੱਚ ਦੇਖਦੇ ਹਾਂ ਤੇ ਬਹੁਤ ਸਾਰੀਆਂ ਹੋਰ ਤਰ੍ਹਾਂ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ। ਸਪੀਡ ਤੇਜ਼ ਤੋਂ ਮੈਨੂੰ ਯਾਦ ਆਇਆ ਕਿਤੇ ਸਪੀਡ ਤੇਜ਼ ਦੇ ਵਿੱਚ ਗਲਤ ਇੰਜੈਕਸ਼ਨ ਵੀ ਲਗਾਇਆ। ਮੈਂ ਉਹੀ ਗੱਲ ਕਰਨ ਲੱਗਾ ਸੀ ਕਿ ਇਦਾਂ ਨਹੀਂ ਹੋ ਸਕਦਾ ਕਿ ਭਾਰਤ ਵਿੱਚ ਸਾਰਾ ਕੁਝ ਚੱਲਦਾ ਰਹੇ ਤੇ ਕੋਈ ਸਾਡੇ ਸਾਹਮਣੇ ਕੋਈ ਹਾਸੋਹੀਣੀ ਘਟਨਾ ਨਾ ਆਵੇ ਤੇ ਜਿਹਦੇ ਤੇ ਸਾਨੂੰ ਲੱਗੇ ਕਿ ਯਾਰ ਇਹ ਕਿੱਦਾਂ ਹੋ ਗਿਆ। ਜਦ ਤੁਸੀਂ ਉਹ ਕੀ ਕਹਿੰਦੇ ਹੁੰਦੇ ਆ, ਕੀ ਜਾਣਦੇ ਹੋ ਤੁਸੀਂ, ਕੀ ਜਾਣਦੇ ਹੋ ਤੁਸੀਂ ਕਿ ਭਾਰਤ ਵਿੱਚ ਕਰੋਨਾ ਦੀ ਜਗ੍ਹਾ ਰੇਬਿਸ ਦਾ ਟੀਕਾ ਵੀ ਲੱਗ ਸਕਦਾ ਹੈ। ਯੂਪੀ ਦੇ ਸ਼ਾਮਲੀ ਤੋਂ ਘਟਨਾ ਹੋਈ, ਉੱਥੇ ਆਲੇ ਦੁਆਲੇ ਕਿਤੇ 1-2 ਜਗ੍ਹਾ ਦੇ ਉੱਤੇ ਇਦਾਂ ਹੋਇਆ ਕਿ ਕਿਸੇ ਨਰਸ ਨੇ ਗਲਤੀ ਦੇ ਨਾਲ ਇੱਕ ਦੀ ਬਜਾਏ 3 ਲੋਕਾਂ ਨੂੰ ਰੇਬਿਸ ਦਾ ਟੀਕਾ ਲਾਤਾ ਤੇ ਪਤਾ ਬਾਅਦ ਵਿੱਚ ਲੱਗਿਆ ਕਿ ਉਹ ਜਿਹੜਾ ਟੀਕਾ ਸੀਗਾ ਉਹਨੂੰ ਜਦੋਂ ਉਹਦੇ ਸਿੰਪਟਮ ਸਾਹਮਣੇ ਆਏ, ਕੁਝ ਡਿਜ਼ੀਨੈਸ ਹੋਈ, ਕੁਝ ਪ੍ਰੋਬਲਮ ਹੋਈ ਉਹਨੂੰ ਤੇ ਫਿਰ ਉਹਨੂੰ ਜਦੋਂ ਚੈੱਕ ਕੀਤਾ ਗਿਆ ਤੇ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਜਿਹੜਾ ਟੀਕਾ ਆ ਉਹ ਗਲਤ ਲਾ ਦਿੱਤਾ ਸੀ। ਫਾਰਮਾਸਿਸਟ ਨੂੰ ਬਾਅਦ ਸਸਪੈਂਡ ਕਰਤਾ ਗਿਆ, ਨਰਸ ਨੂੰ ਸਸਪੈਂਡ ਕਰਤਾ ਗਿਆ। ਪਰ ਇੰਨੀ ਜਿਹੜੀ ਬਦ ਇੰਤਜ਼ਾਮੀ ਆ, ਇੰਨੀ ਜ਼ਿਆਦਾ ਹੈਰਾਨੀ ਜਿਹੜੀਆਂ ਘਟਨਾ ਆ ਉਹ ਨਹੀਂ ਹੋਣੀਆਂ ਚਾਹੀਦੀਆਂ। ਕੰਮ ਕਰਨ ਵੇਲੇ ਤੁਹਾਡਾ ਜਿਹੜਾ ਧਿਆਨ ਆ ਉਹ ਤੁਹਾਡੇ ਕੰਮ 'ਚ ਹੋਣਾ ਚਾਹੀਦਾ। ਇੱਕ ਫੈਕਚੁਅਲ ਗੱਲ ਹੋ ਰਿਹਾ ਪਰਮਿੰਦਰ ਜੀ, ਕਰੋਨਾ ਦੇ ਦੇਖਦਿਆਂ ਫਾਈਨੈਂਸ਼ੀਅਲ ਈਅਰ ਸਾਡਾ 31 ਮਾਰਚ ਨੂੰ ਖਤਮ ਹੋਇਆ ਤੇ ਦੇਖਣ ਦੇ ਵਿੱਚ ਗੱਲ ਸਾਹਮਣੇ ਆਈ ਆ ਭਾਰਤ ਵਿੱਚ ਪਹਿਲੀ ਵਾਰ ਜਦੋਂ ਤੋਂ ਅਸੀਂ ਤੇਲ ਦੀ ਖਪਤ ਦਾ ਹਿਸਾਬ ਰੱਖਣਾ ਸ਼ੁਰੂ ਕੀਤਾ, ਪਹਿਲੀ ਵਾਰ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਸਾਲ ਕਰੋਨਾ ਦੇ ਚੱਲਦਿਆਂ ਹਿੰਦੁਸਤਾਨ ਦੇ ਵਿੱਚ ਡੀਜ਼ਲ ਦੀ ਖਪਤ ਦੇ ਵਿੱਚ 12% ਦੀ ਕਮੀ ਆਈ ਤੇ ਪੈਟਰੋਲ ਦੀ ਖਪਤ ਦੇ ਵਿੱਚ 6% ਦੀ ਜਿਹੜੀ ਕਮੀ ਉਹ ਨੋਟ ਕੀਤੀ ਗਈ। ਪਹਿਲੀ ਵਾਰ ਪਿਛਲੇ ਜਦੋਂ ਤੋਂ ਪੈਟਰੋਲ ਤੇ ਡੀਜ਼ਲ ਅਸੀਂ ਵਰਤਣਾ ਸ਼ੁਰੂ ਕੀਤਾ ਉਹਦੀ ਜਿਹੜੀ ਖਪਤ ਹੈ ਉਹ ਵੱਧਦੀ ਹੀ ਗਈ ਤੇ ਇਹ ਪਹਿਲੀ ਵਾਰ ਆ ਕਿ 9% ਦੇ
ਕਰੀਬ ਅਸੀਂ ਘੱਟ ਜਿਹੜਾ ਤੇਲ ਆ ਉਹ ਖਪਤ ਕੀਤਾ। ਜ਼ਿੰਦਗੀ ਪਰ ਫਿਰ ਵੀ ਜਾਰੀ ਰਹੀ, ਪ੍ਰਦੂਸ਼ਣ ਦੇ ਵਿੱਚ ਅਸੀਂ ਕਮੀਆਂ ਨੋਟ ਕੀਤੀਆਂ। ਤੁਹਾਡੀ ਗੱਲ ਠੀਕ ਆ ਕਿ ਅਸੀਂ ਚਾਹੁੰਦੇ ਹਾਂ ਕਿ ਸਥਿਤੀ 'ਚ ਸੁਧਾਰ ਹੋਵੇ ਤੇ ਟੀਕਾਕਰਨ ਜਿਹੜਾ ਉਹ ਸਰਕਾਰ ਨੇ ਤੇਜ਼ ਕਰਨਾ ਆ। ਜੇ ਸਾਰਾ ਕੁਝ ਸਿਸਟਮ ਨਾਲ ਚੱਲਦਾ ਰਿਹਾ ਤੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਜਦੋਂ ਟੀਕਾਕਰਨ ਤੇਜ਼ ਹੋ ਜਾਏ ਤੇ ਫਿਰ ਆਮ ਲੋਕ ਜਿਹੜੇ ਇਸ ਮੁਸੀਬਤ ਤੋਂ ਬਚ ਸਕਣਗੇ ਤੇ ਜ਼ਿੰਦਗੀ ਦੁਬਾਰਾ ਰਾਹ ਤੇ ਚੱਲ ਪਏਗੀ। ਜੀ ਅੰਮ੍ਰਿਤਪਾਲ ਜੀ, ਮੁੱਦੇ ਤਾਂ ਹੋਰ ਵੀ ਬੜੇ ਨੇ ਵਿਚਾਰਨ ਵਾਲੇ, ਪਰ ਇਸ ਵੇਲੇ ਇਸ਼ਾਰਾ ਹੋ ਗਿਆ ਪ੍ਰੋਗਰਾਮ ਨੂੰ ਸਮੇਟਣਾ ਹੈ। ਸੋ ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਖੁੱਲ੍ਹ ਕੇ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਸਿਲਸਿਲੇ ਨਾਲ ਜੁੜਨ ਲਈ।